मैं तो बस इन्ना कह सकदा भी ये शैड जिहड़ी आ NRI भरावां दी सहयोग नाल बनाई सरकार ਵੱਲੋਂ ਸਾਨੂੰ ਕੋਈ ਪੈਸਾ नहीं। ਕਾਰਾਂ ਦੇ ਕੰਮ ਦਾ ਤੁਹਾਨੂੰ ਪਤਾ ਹੀ ਹੈ ਜੀ, ਸਰਕਾਰ ਤਾਂ ਇਹ ਵੀ ਜਿਹੜੀ ਸਾਨੂੰ ਖੇਚਲ ਆ ਵੀ ਅਸੀਂ ਡੈੱਡ ਬੋਡੀ ਕਦੀ ਖੁਰਦਪੁਰ ਲੈ ਕੇ ਜਾਓ, ਕਦੀ ਕਿਤੇ ਜਗ੍ਹਾ ਮਿਲਦੀ ਨਹੀਂ ਮਿਲਦੀ। ਐਸਾ ਪੈਸਾ ਐਸਾ ਹੀ ਮਹਾਰਾਜ ਦੀ ਕਿਰਪਾ ਕੀਤੀ, ਸਾਰਾ ਜਿੰਨਾ ਅਸੀਂ ਸੋਚਿਆ ਵੀ ਨਹੀਂ ਸਾਰਾ ਇੰਟਰਲੋਕ ਲੱਗ ਗਿਆ। ਅੱਜ ਸਾਡੇ ਨਾਲ ਪਿੰਡ ਸੰਘਵਾਲ ਦੇ ਸਰਪੰਚ ਸਾਹਿਬ ਭਾਗ ਰਾਮ ਜੀ। ਅਸੀਂ ਇਹਨਾਂ ਦਾ ਆਪਣੀ ਪੂਰੀ ਟੀਮ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਆਪਣੇ ਪਿੰਡ 'ਚ ਆਉਣ ਦਾ ਮੌਕਾ ਦਿੱਤਾ। ਆਓ ਜਾਣਦੇ ਹਾਂ ਕਿ ਭਾਗ ਰਾਮ ਨੇ ਆਪਣੇ ਜਿਹੜੇ ਕਾਰਜਕਾਲ 'ਚ ਕਿੰਨੇ ਕੰਮ ਕਰਵਾਏ ਆ। ਹਾਂਜੀ ਸਰ, ਕੀ ਨਾਮ ਜੀ? ਮੇਰਾ ਨਾਮ ਭਾਗ ਰਾਮ ਜੀ, ਮੈਂ ਪਿੰਡ ਸੰਘਵਾਲ ਦਾ ਸਰਪੰਚ ਹਾਂ ਜੀ। ਮੈਂ ਪਹਿਲਾਂ ਸਰਵਿਸ ਕਰਦਾ ਰਿਹਾ ਜੀ, ਸਰਕਾਰੀ ਨੌਕਰੀ ਕੀਤੀ, ਟੀਚਰ ਰਿਟਾਇਰ ਹੋਇਆ ਤੇ ਮੈਂ ਇਸ ਵਕਤ ਪਿੰਡ ਦਾ ਲੰਬੜਦਾਰ ਵੀ ਹਾਂ ਤੇ ਸਰਪੰਚ ਵੀ ਹਾਂ ਜੀ। ਅਸੀਂ ਇਸ ਵੇਲੇ ਟੈਂਚੀ ਤੇ ਖੜੇ ਹਾਂ ਜੀ। ਅਸੀਂ ਸਾਡੇ ਪਿੰਡ ਦੇ ਜੀ ਇੱਕ ਸਰਪੰਚ ਦਾ ਤੇ 7 ਜਿਹੜੇ ਸਾਡੇ ਵਾਰਡ ਆ, 7 ਪੰਚ, 8 ਮੈਂਬਰੀ ਸਾਡੇ ਪਿੰਡ ਪੰਚਾਇਤ ਹੈ। ਅਸੀਂ ਤਕਰੀਬਨ ਸਾਰੇ ਵਾਰਡਾਂ ਵਿੱਚ ਕੰਮ ਕੀਤਾ ਹੈ ਜੀ। 1 ਨੰਬਰ ਵਿੱਚ ਵੀ, 2 'ਚ ਵੀ, 7 ਹੀ ਵਾਰਡਾਂ ਵਿੱਚ ਅਸੀਂ ਕੰਮ ਕੀਤਾ, ਜਿਹਦੀ ਅਸੀਂ ਡਿਟੇਲ ਸਾਰੇ ਵਾਰਡਾਂ ਵਿੱਚ ਘੁੰਮ ਫਿਰ ਕੇ ਤੁਹਾਨੂੰ ਦਿਖਾਵਾਂਗੇ। ਹੁਣ ਅਸੀਂ ਟਾਂਚੀ ਤੇ ਖੜੇ ਹਾਂ। ਸਾਡੇ ਪਿੰਡ ਦੀ ਜਿਹੜੀ ਟਾਂਚੀ ਹੈ ਜੀ, ਇਹ 14 'ਚ ਬਣੀ ਜੀ, 2014 ਵਿੱਚ, ਦਸੰਬਰ 2014 ਤੋਂ ਸ਼ੁਰੂ ਹੋਈ ਆ ਤੇ ਲਗਾਤਾਰ ਉਦੋਂ ਦਾ ਪਾਣੀ ਦੇ ਰਿਹਾ, ਪਿੰਡ ਨੂੰ ਸਾਫ਼ ਸੁਥਰਾ ਪਾਣੀ ਦੇ ਰਿਹਾ। ਇਹ ਟਾਂਚੀ ਦਾ ਜਿਹੜਾ ਸਾਡਾ ਬੋਰ ਹੈ 550 ਫੁੱਟ ਥੱਲੇ ਡੂੰਘਾ ਹੈ ਜੀ। 550 ਫੁੱਟ ਤੋਂ ਵਧੀਆ ਸ਼ੁੱਧ ਪਾਣੀ ਅਸੀਂ ਸਾਰੇ ਪਿੰਡ ਨੂੰ ਦੇ ਰਹੇ ਹਾਂ। ਕਿਸੇ ਨਾਲ ਕੋਈ ਭੇਦਭਾਵ ਨਹੀਂ, ਵਿਤਕਰਾ ਨਹੀਂ। ਸਾਰੇ ਪਿੰਡ ਜਿਹੜਾ ਵੀ ਬੰਦਾ ਚਾਹੁੰਦਾ ਹਰ ਬੰਦੇ ਨੂੰ ਕਨੈਕਸ਼ਨ ਦਿੱਤਾ ਜਾਂਦਾ। ਹੁਣ ਵੀ ਇਹੀ ਆ ਅਸੀਂ ਸਹੂਲਤ ਵੀ ਜਿਹੜਾ ਵੀ ਬੰਦਾ ਕਨੈਕਸ਼ਨ ਲੈਣਾ ਚਾਹੁੰਦਾ ਅਸੀਂ ਤਾਂ ਫ੍ਰੀ ਕਨੈਕਸ਼ਨ ਦਿੰਦੇ ਜੀ। ਸਿਰਫ ਸਾਨੂੰ ਜੋ ਮਹੀਨੇ ਦਾ ਚਾਰਜਿਸ ਆ ਉਹ ਦੇਈ ਜਾਓ ਤੇ ਪਾਣੀ ਲਈ ਜਾਓ। ਤੇ ਲਗਾਤਾਰ ਅਸੀਂ ਸਵੇਰ ਨੂੰ 1.5 ਘੰਟਾ ਛੱਡਦੇ ਹਾਂ ਜੀ ਤੇ ਸ਼ਾਮ ਨੂੰ ਅਸੀਂ 1.25 ਘੰਟਾ ਪਾਣੀ ਛੱਡਦੇ ਹਾਂ ਜੀ। ਸਰਪੰਚ ਸਾਹਿਬ, ਕੀ ਕਾਰਨ ਸੀ ਕਿ ਪਿਛਲੇ ਕੁਝ ਟਾਈਮ ਵਿੱਚ, ਪਿਛਲੇ ਕੁਝ ਜਿਹੜਾ ਟਾਈਮ ਬੀਤ ਚੁੱਕਾ ਹੈ, ਉਹਦੇ ਇਸ ਪਿੰਡ ਦੀ ਟੈਂਕੀ ਦਾ ਕਨੈਕਸ਼ਨ ਕੱਟਿਆ ਗਿਆ? ਉਹਦਾ ਕੀ ਕਾਰਨ ਸੀ? ਉਹ ਜੀ ਇੱਦਾਂ ਹੈ ਜੀ ਵੀ ਜਿਹੜੀ ਸਾਡੇ ਤੋਂ ਪਹਿਲਾਂ ਪੰਚਾਇਤ ਸੀ, ਜਿਹੜਾ ਉਹਨਾਂ ਨੇ ਇੱਥੇ ਬੰਦਾ ਲਾਇਆ ਸੀ ਨਾ ਜੀ, ਉਹ ਕੁਛ ਬਹੁਤੀ ਮਿਹਨਤ ਨਹੀਂ ਕਰ ਸਕਿਆ ਤੇ ਉਹਦਾ ਬਿੱਲ ਪੈਂਡਿੰਗ ਹੀ ਹੁੰਦਾ ਗਿਆ। ਜਦੋਂ ਸਾਡੀ ਪੰਚਾਇਤ ਬਣੀ ਉਦੋਂ 2.5 ਲੱਖ ਰੁਪਈਆ ਸੀਗਾ ਜੀ। ਤੇ ਅਸੀਂ ਉਸ ਬੰਦੇ ਨੂੰ ਕਿਹਾ, ਮੈਂ ਵੀ ਤੂੰ ਭਾਈ ਸਾਹਿਬ ਇਹਨੂੰ ਸੁਧਾਰ ਕਰ, ਕੁਛ ਨਾ ਕੁਛ ਪੈਸੇ ਆਪਣੇ ਵੀ ਜਿਹੜੇ ਇਕੱਠੇ 6000 ਰੁਪਈਆ ਉਹ ਲੈਂਦਾ ਸੀ, ਮੈਂ ਕਿਹਾ ਵਾਧੂ ਪੈਸੇ ਇਕੱਠੇ ਕਰ, ਕੋਈ ਟਾਂਚੀ ਦੇ ਵੀ ਜਮ੍ਹਾਂ ਕਰਾਇਆ ਕਰ, ਬਿਜਲੀ ਦਾ ਬਿੱਲ ਵੀ। ਪਰ ਜਦੋਂ ਦੇਖਿਆ 1.5 ਪੌਣੇ 2 ਸਾਲ ਅਸੀਂ ਵੀ ਉਹ ਵਧੀ ਜਾਂਦਾ ਬਿੱਲ, 3,85,000 ਹੋ ਗਿਆ। ਫਿਰ ਮੈਂ ਉਹਦੀ ਛੁੱਟੀ ਕਰਾਤੀ, ਅਸੀਂ ਟਾਂਚੀ ਆਪਣੇ ਹੱਥ 'ਚ ਲੈ ਲਈ, ਹੁਣ ਮੈਂ ਹੀ ਚਲਾਉਣਾ। ਤੇ ਇਸ ਵੇਲੇ ਮੈਂ 1,84,000 ਰੁਪਈਆ ਪਿੰਡ 'ਚੋਂ ਜਮ੍ਹਾਂ ਕਰਾ ਬੈਠਾ ਜੀ। ਇਸ ਵੇਲੇ ਸਾਡਾ 2.5 ਲੱਖ ਦਾ ਬਿੱਲ ਹੈ ਜੀ। ਉਹ ਵੀ ਮੈਂ ਆਪਣੇ ਟਾਈਮ ਦੇ ਵਿੱਚ ਦੱਸਿਆ ਵੀ ਇਸ 6 ਮਹੀਨਿਆਂ ਦੇ ਵਿੱਚ ਮੈਂ ਇਹ ਕਲੀਅਰ ਕਰ ਦੇਣਾ ਜੀ। ਇਹਨੂੰ ਆਜ਼ਾਦ ਹੋ ਗਈ ਜੀ, ਸਾਡਾ ਬਿੱਲ ਜਿਹੜਾ ਕਲੀਅਰ ਕਰ ਦੇਣਾ ਮੈਂ। ਟੋਟਲ ਕਿੰਨੇ ਕਨੈਕਸ਼ਨ ਆ ਜੀ ਪਿੰਡ ਦੇ ਜਿਹੜੇ ਪਾਣੀ ਦੇ? ਇਹ ਪਿੰਡ ਦੇ ਕੋਈ 300 ਕਨੈਕਸ਼ਨ ਹੈ ਜੀ। ਤੇ ਹਰ ਬੰਦਾ ਪ੍ਰੋਪਰ ਬਿੱਲ ਦੇ ਰਿਹਾ? ਦੇ ਰਿਹਾ ਜੀ। ਮੈਂ ਤੁਹਾਨੂੰ ਦੱਸਿਆ ਵੀ ਇਸ 2 ਮਹੀਨਿਆਂ ਦੇ ਵਿੱਚ ਮੈਂ 8ਵੇਂ ਮਹੀਨੇ ਦੀ 25 ਤਰੀਕ ਨੂੰ 40,000 ਰੁਪਈਆ ਜਮ੍ਹਾਂ ਕਰਾਇਆ ਜੀ। 9ਵੇਂ ਦੀ 30 ਤਰੀਕ ਨੂੰ ਮੈਂ 72,000 ਕਰਾਇਆ। ਆਹ ਜਿਹੜਾ ਹੁਣ ਗਿਆ 11ਵਾਂ ਮਹੀਨਾ 72,000, ਇਹ ਮੈਂ 1,84,000 ਜਮ੍ਹਾਂ ਕਰਾ ਬੈਠਾ। 2.5 ਲੱਖ ਜਿਹੜਾ ਇਹ ਵੀ ਅਸੀਂ 2-4 ਮਹੀਨਿਆਂ ਦੇ ਵਿੱਚ ਕਲੀਅਰ ਕਰ ਦੇਣਾ, ਬਿੱਲ ਕਲੀਅਰ ਕਰ ਦੇਣਾ ਮੈਂ ਆਪਣੇ। ਯਾਨੀ ਆਉਣ ਵਾਲੇ ਟਾਈਮ ਦੇ ਵਿੱਚੋਂ ਜਿਹੜੇ ਤੁਹਾਡੇ ਹੈਗਾ ਇਹ ਥੋੜਾ ਪਿਆ ਆ ਪਾਣੀ ਦਾ ਬਿੱਲ ਦੇ ਪੈਸੇ, ਉਹ ਤੁਸੀਂ ਕਲੀਅਰ ਕਰ ਦੋਗੇ? ਕਲੀਅਰ ਕਰਨੇ ਆ ਜੀ ਮੈਂ 2-4 ਮਹੀਨਿਆਂ ਵਿੱਚ, ਹੱਦ 6 ਮਹੀਨਿਆਂ ਦੇ ਅੰਦਰ ਅੰਦਰ ਤੱਕ ਕਰ ਹੀ ਦੇਣੇ ਜੀ ਕਲੀਅਰ ਹੈ। ਠੀਕ ਹੈ ਜੀ। ਕੀ ਨਾਮ ਸਰ? ਮੇਰਾ ਜਸਪ੍ਰੀਤ ਸਿੰਘ ਨਾਂ ਜੀ। ਜਸਪ੍ਰੀਤ ਜੀ, ਕਿੱਦਾਂ ਦਾ ਕਾਰਜਕਾਲ ਆ ਪੰਚਾਇਤ ਦਾ? ਬਹੁਤ ਵਧੀਆ ਕਾਰਜਕਾਲ ਹੈ ਜੀ ਪਿੰਡ ਦਾ, ਪੰਚਾਇਤ ਦਾ। ਪੰਚਾਇਤ ਸਾਡੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ, ਬਿਨਾਂ ਕਿਸੇ ਭੇਦਭਾਵ ਤੋਂ। ਕੋਈ ਸਾਨੂੰ ਇਸ ਗੱਲ ਦਾ ਮਤਲਬ ਨਹੀਂ ਵੀ ਇਹ ਕਿਹਦਾ ਘਰ ਹੈ, ਇਹ ਕਿਹਦਾ ਘਰ ਨਹੀਂਗਾ। ਅਸੀਂ ਤਾਂ ਮੈਰਿਟ ਆਧਾਰ 'ਤੇ ਕੰਮ ਕਰਦੇ ਹਾਂ। ਦੇਖੋ, ਪਹਿਲਾਂ ਕਾਫੀ ਇਹਦੀ ਕੰਡੀਸ਼ਨ ਮਾੜੀ ਸੀਗੀ, ਇਹ ਜਿਹੜਾ ਜਿੱਥੇ ਪੰਪ ਲੱਗਾ ਆ। ਇਸ ਟਾਈਮ ਕੰਡੀਸ਼ਨ ਬੜੀ ਵਧੀਆ ਹੈ ਤੇ ਇਹਨਾਂ ਦੇ ਕਾਰਜਕਾਲ ਸਾਰਾ ਹੋਇਆ ਹੈ। ਬਿਲਕੁਲ ਜੀ। ਇਹ ਮਾਸਟਰ ਜੀ ਸਾਡੇ ਸਰਪੰਚ ਸਾਹਿਬ ਜਿਹੜੇ ਨਾ, ਇਹ ਲੰਬੜਦਾਰ ਵੀ ਪਿੰਡ ਦੇ ਨੇ। ਠੀਕ ਹੈ ਜੀ। ਤੇ ਇਹ ਇੰਨੀ ਸੇਵਾ ਕਰਦੇ ਆ ਵੀ ਸਾਰਾ ਪਿੰਡ ਸਰਪੰਚ ਬਣਨ ਤੋਂ ਪਹਿਲਾਂ ਵੀ ਇਹਨਾਂ ਦੀ ਮੋਹਰ ਹੀ ਚੱਲਦੀ ਸੀ। ਜ਼ਿੰਮੇਵਾਰ ਬੰਦੇ ਆ, ਬਹੁਤ ਜ਼ਿਆਦਾ ਪੜ੍ਹੇ ਲਿਖੇ ਬੰਦੇ ਆ। ਅਸੀਂ ਆਹ ਵਾਲਾ ਪਾਰਕ ਦਾ ਮਤਾ ਪਾ ਲਿਆ ਤੇ ਬਹੁਤ ਜਲਦੀ ਇੱਥੇ ਪਾਰਕ ਤਿਆਰ ਕਰ ਰਹੇ ਹਾਂ। ਬਾਕੀ ਵੀ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਹੋਣ ਵਾਲੇ ਪੈਂਡਿੰਗ ਪਏ ਸੀ, ਜਿਹੜੇ ਕੋਈ ਜਿਮ ਦਾ ਸਾਡਾ ਕਮਰਾ ਲਟਕਦਾ ਆ ਰਿਹਾ ਸੀ ਪਿਛਲੇ ਕਾਫੀ ਸਮੇਂ ਤੋਂ, ਜੋ ਗ੍ਰਾਂਟ ਵਾਪਸ ਜਾਣ ਦੇ ਕਿਨਾਰੇ ਸੀ, ਉਹਨੂੰ ਵੀ ਅਸੀਂ ਬਹੁਤ ਸਹੀ ਸਮੇਂ ਦੇ MP ਇਲੈਕਸ਼ਨ ਤੋਂ ਬਿਲਕੁਲ ਥੋੜ੍ਹੇ ਘੱਟ ਸਮੇਂ ਦੇ ਵਿੱਚ ਤਿਆਰ ਕਰਵਾਇਆ।
ਸਾਡੇ ਸਰਪੰਚ ਅਸੀਂ ਮੰਨ ਲਓ ਜਿੰਨੀ ਮਿਹਨਤ ਅਸੀਂ ਕਰ ਸਕਦੇ ਹਾਂ ਪਿੰਡ ਦੇ ਵਿੱਚ ਅਸੀਂ ਤਾਂ ਕਰ ਰਹੇ ਹਾਂ। ਠੀਕ ਹੈ ਸਰ। ਸਰ ਕਿੰਨਾ ਰਕਬਾ ਕੋਲ ਜਿੱਥੇ ਇਹ ਪੰਪ ਲੱਗਾ ਹੈ? ਇਹ 4.5 ਕਨਾਲਾਂ ਜੀ ਰਕਬਾ। 4.5 ਕਨਾਲ ਦੇ ਵਿੱਚ ਕਿੰਨੀ ਜਗ੍ਹਾ ਤੁਸੀਂ ਪਾਰਕ ਬਣਾਓਗੇ? ਇਹ ਸਾਰੀ ਦਾ ਹੀ ਸਾਡਾ ਨਿਸ਼ਾਨਾ ਪਾਰਕਿੰਗ ਦਾ। ਇਹ ਸਾਡਾ ਨਿਸ਼ਾਨਾ ਇਹ ਆ ਵੀ ਅਸੀਂ ਇੱਥੇ ਪਾਰਕ ਬਣਾਉਣੀ ਜੀ। ਅੱਛਾ ਜੀ। ਬਿਲਕੁਲ ਪੂਰਾ ਮਿਹਨਤ ਕਰਕੇ ਅਸੀਂ ਪਾਰਕ ਬਣਾਵਾਂਗੇ ਜੀ। ਆਪ ਵੀ ਅਸੀਂ ਹੱਥੀਂ ਕੰਮ ਕਰਦਾ ਰਿਹਾ, ਮੈਂ ਆਪ ਅਸੀਂ ਖੇਤੀਬਾੜੀ ਵੀ ਕੀਤੀ ਆ। ਅਸੀਂ ਬਿਲਕੁਲ ਪੂਰੀ ਪਾਰਕ ਬਣਾਵਾਂਗੇ, ਸੋਹਣੀ ਬਣਾਵਾਂਗੇ, ਆਪ ਨਾਲ ਲੱਗਾਂਗੇ। ਲੇਬਰ ਵੀ ਸਾਡੇ ਕੋਲ ਪੂਰੀ ਹੈਗੀ, ਨਰੇਗਾ ਦੀ ਦਾ ਲੇਬਰ ਦਾ ਵੀ ਸਹਾਇਤਾ ਲਵਾਂਗੇ ਜੀ। ਤੇ ਸਾਡੇ ਜਿਹੜੇ ਟੀਏ ਸਾਹਿਬ ਆ ਉਹ ਨਕਸ਼ਾ ਲੈ ਕੇ ਆਏ ਸੀ, ਉਹਨਾਂ ਨੂੰ ਅਸੀਂ ਕਿਹਾ ਵੀ ਨਵੇਂ ਸਿਰੇ ਨਕਸ਼ਾ ਬਣਾਓ, ਬਾਉਂਡਰੀ ਜੇ ਵੀ ਬਣਾਓ, ਤੇ ਉਹ ਚੰਦ ਦਿਨਾਂ ਤੱਕ ਸਾਡੇ ਕੋਲ ਆ ਜਾਣਾ ਤੇ ਅਸੀਂ ਇੱਥੇ ਕੰਮ ਸ਼ੁਰੂ ਕਰ ਦੇਣਾ ਜੀ। ਠੀਕ ਹੈ। ਤੁਹਾਡਾ ਆਪਰੇਟਿੰਗ ਰੂਮ ਵੀ ਬੜਾ ਵਧੀਆ ਜੀ, ਉਹ ਵੀ ਅਸੀਂ ਚਾਹਾਂਗੇ ਕੈਮਰਾਮੈਨ ਆਪਣੇ ਸਹਿਤ ਨੂੰ ਕਹਾਂਗੇ ਕਿ ਦਿਖਾਓ। ਆਪਰੇਟਿੰਗ ਰੂਮ ਵੀ ਕਾਫੀ ਵਧੀਆ ਇਹਨਾਂ ਦਾ ਹੈਗਾ। ਇਹ ਪੰਪ ਦਾ ਆਪਰੇਟਿੰਗ ਰੂਮ ਹੈ ਜੀ। ਹਾਂਜੀ। ਤੇ ਆ ਅਸੀਂ ਕੁਰਸੀਆਂ ਤੁਹਾਡੇ ਮਹਿਮਾਨਾਂ ਲਈ ਲਿਆ ਕੇ ਰੱਖੀਆਂ। ਜਦੋਂ ਸਾਡੇ ਮਹਿਕਮੇ ਦਾ ਕੋਈ ਅਫਸਰ ਆਉਂਦਾ ਜਾਂ ਜਿੱਦਾਂ ਹੁਣ ਤੁਸੀਂ ਆਏ ਆ, ਉਹਨਾਂ ਨੂੰ ਬਿਠਾਉਣ ਲਈ ਇਹ ਇੰਤਜ਼ਾਮ ਕੀਤਾ। ਬਹੁਤ ਵਧੀਆ ਕਮਰਾ ਜੀ। ਅਸੀਂ ਇਹ ਵੈਸੇ ਇੱਕ ਹੋਰ ਕਮਰਾ ਦਫ਼ਤਰ ਜਿਹੜਾ ਉਹ ਵੀ ਬਣਾਵਾਂਗੇ ਇਹ ਤੋਂ ਬਿਨਾਂ ਜੀ। ਠੀਕ ਹੈ ਸਰ। ਕੋਲ ਸਹਾਇਤਾ ਲੈ ਕੇ ਸਾਡਾ ਨਿਸ਼ਾਨਾ ਇੱਕ ਅਸੀਂ ਸੜਕ ਦੇ ਉੱਤੇ ਬਣਾਵਾਂਗੇ, ਉਹ ਹੋਰ ਕਮਰਾ ਇੱਕ ਦਫ਼ਤਰ ਬਣਾਵਾਂਗੇ ਵਧੀਆ। ਅਸੀਂ ਅੱਜ ਖੜੇ ਹਾਂ ਜੀ ਪਾਰਕ ਦੇ ਵਿੱਚ, ਜਿਹੜੀ ਇਹ ਸੰਘਵਾਲ ਦੀ ਟਿਊਬਵੈੱਲ ਜਿੱਥੇ ਲੱਗਾ ਆ ਉਹਦੀ ਪਾਰਕ ਆ। ਪੰਜ ਸਾਹਿਬ ਨੂੰ ਪੁੱਛਦੇ ਹਾਂ ਕਿ ਪਹਿਲਾਂ ਇਹਨਾਂ ਦੇ ਕਾਰਜਕਾਲ ਤੋਂ ਪਹਿਲਾਂ ਕੰਡੀਸ਼ਨ ਕਿੱਦਾਂ ਸੀ ਅਸੀਂ? ਇਹ ਜੀ ਜਿਹੜੀ ਆਹ ਜਗ੍ਹਾ ਆ ਹੈ ਟਾਂਚੀ ਦੀ 4.5 ਕਨਾਲਾਂ ਜਗ੍ਹਾ ਆ ਜੀ। ਇਹਦੇ ਵਿੱਚ ਟੋਏ ਟਿੱਬੇ ਬਹੁਤ ਸੀਗੇ ਜੀ। ਅਸੀਂ ਇੱਥੇ ਤਕਰੀਬਨ 125 ਟਰਾਲੀਆਂ ਪਾ ਕੇ ਇਹਨੂੰ ਪੱਧਰਾ ਕੀਤਾ। ਹੁਣ ਅਸੀਂ ਇੱਥੇ ਪਾਰਕ ਬਣਾ ਰਹੇ ਹਾਂ ਜੀ। 125-30 ਟਰਾਲੀਆਂ ਇੱਥੇ ਪਈਆਂ ਜੀ ਮਿੱਟੀ ਦੀਆਂ। ਹਾਂਜੀ ਸਰ, ਕੀ ਇਹ ਜੋ ਕਹਿ ਰਹੇ ਆ ਠੀਕ ਹੈ ਜੀ? ਬਿਲਕੁਲ ਠੀਕ ਹੈ ਜੀ। ਇੱਥੇ ਤਾਂ ਇਦਾਂ ਮੰਨ ਲਓ ਇੱਥੋਂ ਨਾ ਪਹਿਲਾਂ ਮਿੱਟੀ ਪੱਟ ਹੋ ਕੇ ਆ ਸੜਕ ਦੇ ਵਿੱਚ ਪੈ ਗਈ ਸੀ। ਜਦੋਂ ਸੜਕ ਬਣੀ ਸੀ ਮਿੱਟੀ ਪੱਟ ਹੋ ਕੇ ਪੈ ਗਈ ਸੀ। ਇਹ ਤਾਂ ਆਮ ਜਿਹੜੇ ਬਾਹਰ ਸਾਰੇ ਸੜਕ ਨਾਲੋਂ ਜਾਂ ਖੇਤਾਂ ਨਾਲੋਂ ਇਹ ਜਗ੍ਹਾ ਕਰੀਬ 4 ਫੁੱਟ ਨੀਵੀਂ ਸੀ। ਜਿਹੜੀ ਇਹਦੇ ਤਾਰ ਦਾ ਬਗਲਾ ਕੀਤਾ ਸਾਰਾ ਇਹਨਾਂ ਦੀ ਕਾਰਜਕਾਲ 'ਚ ਹੋਇਆ ਜੀ? ਬਿਲਕੁਲ ਜੀ ਬਿਲਕੁਲ। ਇਹ ਸਾਰਾ ਇਹ ਸਾਡੀ ਜਿਹੜੀ ਮੰਨ ਲਓ ਮਾਸਟਰ ਜੀ ਦੀ ਪੰਚਾਇਤ ਆ ਉਹਦੇ ਕਾਰਜਕਾਲ 'ਚ ਹੋਇਆ ਜੀ। ਠੀਕ ਹੈ ਜੀ। ਤੁਸੀਂ ਖੁਸ਼ ਹੋ ਜੀ ਇਸ ਕਾਰਜਕਾਲ ਤੋਂ? ਬਹੁਤ ਵਧੀਆ ਜੀ। ਇਹ ਤਾਂ ਮੰਨ ਲਓ ਕੰਮ ਜਿਹੜੇ ਕੰਮ ਹੀ ਬੰਦਾ ਮਿਹਨਤ ਨਾਲ ਨਰੇਗਾ ਦੀਆਂ ਤੁਸੀਂ ਆਮ ਪਿੰਡਾਂ 'ਚ ਦੇਖੋਗੇ ਮੈਂ ਨਰੇਗਾ ਕੰਮ ਕਰ ਰਹੀ ਹੈ, ਸਰਪੰਚ ਕਿਤੇ ਬੈਠਾ, ਦਿਹਾੜੀਆਂ ਉੱਦੇ ਪਈ ਜਾਂਦੀਆਂ। ਇਹ ਸਾਰਾ ਦਿਨ ਨਾਲ ਆਪ ਹੋ ਕੇ ਕੰਮ ਕਰਦੇ, ਨਰੇਗਾ ਦੇ ਨਾਲ ਆਪ ਵੀ ਕੰਮ ਕਰਦੇ ਆ। ਇਹ ਨਹੀਂ ਤਾਂ ਜੇ ਕਿਤੇ ਤੁਰੇ ਜਾਂਦੇ ਨਾਲੀਆਂ ਦੇ ਵੀ ਕਚਰਾ ਪਿਆ ਨਾ, ਇਹ ਸਰਪੰਚ ਸਾਹਿਬ ਉੱਥੇ ਝਾੜੂ ਆਪ ਫੜ ਲੈਂਦੇ ਵੀ ਇਹਨੂੰ ਕੱਢ ਦੇਵਾਂ। ਇੱਦਾਂ ਦੇ ਸਰਪੰਚ ਸਾਹਿਬ ਜੀ ਸਾਰੇ ਪਿੰਡਾਂ ਯਾਨੀ ਕਾਫੀ ਮਿਹਨਤੀ ਹੈਗੇ ਆ। ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਜਿੰਨੀ ਸਿਫਤ ਅਸੀਂ ਮੰਨ ਲਓ ਕਰ ਸਕਦੇ ਉਨੀ ਘੱਟ ਆ। ਠੀਕ ਹੈ ਸਰ। ਇਹ ਸਰ ਪਾਰਕ ਹੈਗੀ ਆ ਜਿਹੜੀ 4.5 ਕਨਾਲ ਵਿੱਚ ਜਗ੍ਹਾ ਟੋਟਲ, ਇਹ ਪੂਰੀ ਦੀ ਪੂਰੀ ਇਹਨਾਂ ਨੇ ਮਿੱਥਿਆ ਕਿ ਟੀਚਾ ਇਹਨਾਂ ਦਾ ਕਿ ਇਹ ਪਾਰਕ ਇਹਨਾਂ ਨੇ ਬਣਾਉਣੀ ਆ ਜੀ। ਇਹ ਬੂਟੇ ਜਿਹੜੇ ਆ ਜੀ ਇਹ ਜੇ ਸਾਡੀ ਪਾਰਕ ਦੇ ਵਿੱਚ ਆ ਗਏ ਤਾਂ ਇਹ ਪੱਟ ਵੀ ਹੋ ਸਕਦੇ ਆ ਜੀ। ਤੇ ਸਾਨੂੰ ਕੋਈ ਝਿਜਕ ਵੀ ਨਹੀਂ ਜੀ। ਠੀਕ ਹੈ, ਅਸੀਂ ਮਿਹਨਤ ਕੀਤੀ ਆ, ਪਾਲੇ ਆ, ਤੇ ਜੇ ਪਾਰਕ ਬਣਾਉਣ ਵਿੱਚ ਪੱਟ ਵੀ ਹੁੰਦੇ ਸਾਨੂੰ ਕੋਈ ਇਤਰਾਜ਼ ਨਹੀਂ ਜੀ। ਅਸੀਂ ਪਾਰਕ ਵਧੀਆ ਬਣਾਉਣੀ ਚਾਹੁੰਦੇ ਹਾਂ ਵੀ ਇੱਥੇ ਜਿਹੜੀ ਪਾਰਕ ਬਣੇ, ਇੱਥੇ ਅਸੀਂ ਲਾਵਾਂਗੇ ਜੀ ਭੰਗੂੜੇ ਲਾਵਾਂਗੇ, ਬੱਚਿਆਂ ਦੇ ਪੀਂਘਾਂ ਲਾਵਾਂਗੇ ਜੀ। ਇਹ ਸਾਡੇ ਅਸੀਂ ਇੱਕ NRI ਭਰਾ ਨਾਲ ਗੱਲ ਕੀਤੀ ਆ, ਉਹ ਕਹਿੰਦਾ ਤੁਸੀਂ ਪਾਰਕ ਬਣਾਓ, ਇੱਥੇ ਦੀ ਜਿਹੜੀ ਪੀਂਘ ਆ ਉਹ ਮੈਂ ਲਾਊਂਗਾ, ਭੰਗੂੜਾ ਵੀ ਮੈਂ ਲਾਊਂਗਾ। ਉਹ ਸਾਨੂੰ ਪੂਰਾ ਸਹਿਯੋਗ ਦੇ ਰਿਹਾ ਜੀ। ਤੇ ਜਦੋਂ ਸਾਡੀ ਪਾਰਕ ਬਣ ਗਈ ਅਸੀਂ ਇੱਥੇ ਘਾਹ ਲਾਉਣਾ ਜੀ ਤਾਂ ਕਿ ਲੋਕੀ ਇੱਥੇ ਆ ਕੇ। ਪਿੰਡ ਵਾਸੀ ਕਿੰਨੇ ਟਾਈਮ ਤੱਕ ਆਸ ਰੱਖਣਗੇ ਜਿਹੜਾ ਤੁਸੀਂ ਮਨਸੂਬਾ ਸੋਚਿਆ ਆ ਉਹਨੂੰ ਨੇਪਰੇ ਚਾੜੂਗੇ? ਇਹ ਸਾਲ ਦੇ ਅੰਦਰ ਅੰਦਰ ਇੱਥੇ ਘਾਹ ਲੱਗਾ ਹੋਊ ਜੀ, ਪੀਂਘਾਂ ਲੱਗੀਆਂ ਹੋਣਗੀਆਂ। ਇੱਕ ਸਾਲ ਦੇ ਵਿੱਚ ਬਿਲਕੁਲ ਪੂਰਾ ਕੰਮ ਹੋਇਆ ਹੋਊਗਾ ਜੀ। ਇਹਦੇ ਵਿੱਚ ਘਾਹ, ਫੁੱਲ, ਬੂਟੇ, ਰਸਤੇ ਬਣ ਜਾਣਗੇ ਜੀ ਵਿੱਚੋਂ ਦੀ। ਇੰਟਰਲੌਕ ਲਾਵਾਂਗੇ ਰਸਤਿਆਂ ਵਿੱਚ ਜੀ ਅਸੀਂ। ਇਹ ਸਾਡਾ ਜਦੋਂ ਏਜੰਡਾ ਨਾ ਪਾਰਕ ਦਾ, ਜਿੱਦਾਂ ਬਾਹਰ ਕੈਨੇਡਾ 'ਚ ਪਾਰਕਾਂ ਬਣੀਆਂ ਨਾ, ਜੋ ਸਟਰਕਚਰ ਉੱਥੇ ਬਣਿਆ ਹੁੰਦਾ ਪੀਂਘਾਂ ਦਾ, ਜਾਂ ਜੋ ਉੱਥੇ ਆਪਾਂ ਜੋ ਝੂਲੇ ਵਗੈਰਾ ਬੱਚੇ ਸਲਾਈਡਾਂ ਦੇਖਦੇ ਆ, ਅਸੀਂ ਉਹਦੇ ਅਕੋਰਡਿੰਗ ਇਦਾਂ ਦੀ ਪਾਰਕ ਬਣਾ ਕੇ ਦਿਖਾ ਲਾਂਗੇ। ਇੱਥੇ ਵੀ ਆਲੇ ਦੁਆਲੇ ਕੋਈ 40-50 ਪਿੰਡਾਂ ਵਿੱਚ ਇਦਾਂ ਦੀ ਪਾਰਕ ਤੁਹਾਨੂੰ ਮਿਲੂਗੀ। ਠੀਕ ਹੈ ਜੀ, ਬਹੁਤ ਵਧੀਆ ਤੁਹਾਡੀ ਸੋਚਣੀ ਆ, ਬੜਾ ਵਧੀਆ ਹੈਗਾ ਟੀਚਰ ਤੁਸੀਂ ਮਿੱਥਿਆ ਆ। ਪਰਮਾਤਮਾ ਕਰੇ ਕਿ ਤੁਹਾਡੇ ਜਿਹੜੇ ਟੀਚਰ ਤੁਸੀਂ ਮਿੱਥਿਓ ਉਹ ਨੇਪਰੇ ਚੜ੍ਹਨ। ਹੁਣ ਪਹੁੰਚੇ ਹਾਂ ਜੀ ਅਸੀਂ ਪਿੰਡ ਸੰਘਵਾਲ ਦੀ ਹੱਡਰੇੜੀ ਵਿੱਚ। ਇਹਦੀ ਕੰਡੀਸ਼ਨ ਇਦਾਂ ਦੀ ਕਿੰਨੇ ਚਿਰ ਤੋਂ ਆ ਜਾਂ ਕੁਛ ਇੰਪਰੂਵਮੈਂਟ ਹੋਈ ਆ? ਸਰਪੰਚ ਸਾਹਿਬ ਜਾਣਦੇ ਆ ਕਿ ਕਿੰਨਾ ਰਕਬਾ ਔਰ ਕਿੱਦਾਂ ਦੀ ਕੰਡੀਸ਼ਨ ਇਸ ਦੀ। ਹਾਂਜੀ ਸਰਪੰਚ ਸਾਹਿਬ। ਇਹ ਜੀ ਸਾਡੇ ਪਿੰਡ ਦੀ ਹੱਡਾ ਜਿਹੜੀ ਹੈ ਕਰਾੜੀ ਦੇ ਬਾਰਡਰ ਦੇ ਉੱਤੇ ਆ ਜੀ। ਇਹ ਠੀਕ ਹੈ ਜੀ। ਇਹ ਕਨਾਲ ਇੱਕ ਦਾ ਰਕਬਾ ਆ ਜੀ। ਤੇ ਇਹਦੇ ਵਿੱਚੋਂ ਘਾਹ ਫੂਸ ਜਿਹੜਾ ਅਸੀਂ ਕੁਛ ਵਢਾਇਆ, ਕੁਛ ਇਹਨੂੰ ਅਜੇ ਸਵਾਰਨ ਵਾਲਾ ਹੈਗਾ ਜੀ। ਉਹ ਅਸੀਂ ਥੋੜੇ ਦਿਨਾਂ ਤੱਕ ਇਹਨੂੰ ਸਾਫ਼ ਪੱਧਰਾ ਕਰਾ ਦੇਵਾਂਗੇ ਜੀ। ਕੀ ਕਾਰਨ ਹੈ ਕਿ ਇਹਦੀ ਸਥਿਤੀ ਇੰਨੀ ਮਾੜੀ ਹੈ? ਇਹ ਪਹਿਲਾਂ ਤੋਂ ਇਦਾਂ ਤੁਰੀ ਆਉਂਦੀ ਆ ਜੀ। ਅਸੀਂ ਮਾੜੀ ਸਥਿਤੀ। ਪਰ ਤੁਸੀਂ ਆਪਣੇ ਕਾਰਜਕਾਲ 'ਚ ਕੀ ਕੀਤਾ? ਮੈਂ ਇਹਦੇ ਵਿੱਚੋਂ ਭੰਗ ਵਢਾਈ ਆ ਜੀ। ਆ ਇੱਥੇ ਪਏ ਹੋਣੇ ਬੂਟੇ ਤੇ ਉਹ ਭੰਗ ਵਢਾਈ ਆ। ਤੇ ਬਾਕੀ ਹੁਣ ਇਹ ਸਾਫ਼ ਕਰਨ ਵਾਲੀ ਆ ਜੀ। ਕਈਆਂ ਨਾਲ ਉਹ ਲੇਬਰ ਕਿਸੇ ਵੇਲੇ ਵਿਹਲੀ ਹੋਈ ਤਾਂ ਜ਼ਰੂਰ ਕਰਾਵਾਂਗੇ ਜੀ ਇਹਨੂੰ ਵੀ। ਕਿੰਨੇ ਚਿਰ ਤੇ ਆਸ ਰੱਖੀ ਜਾ ਸਕਦੀ ਕਿ ਇਸ ਚੀਜ਼ ਨੂੰ ਤੁਸੀਂ ਨੇਪਰੇ ਚਾੜੋਗੇ? ਮਹੀਨੇ ਦੇ ਵਿੱਚ ਹੋ ਜਾਊ ਜੀ ਇਹ। ਯਾਨੀ 1 ਮਹੀਨੇ ਦੇ ਵਿੱਚ ਇਹਦੀ 4 ਦੀਵਾਰੀ ਵਗੈਰਾ ਕਰਾਂਗੇ? ਨਹੀਂ, 4 ਦੀਵਾਰੀ ਨਹੀਂ, ਪੱਧਰੀ ਕਰ ਦੇਵਾਂਗੇ ਜੀ। 4 ਦੀਵਾਰੀ ਦਾ ਲੋੜ ਨਹੀਂ ਕਿ ਹੱਡਾ ਜਿਹੜੀ ਆ ਜੀ ਇੱਥੇ ਪਸ਼ੂ ਮੁਰਦਾ ਪਸ਼ੂ ਜਿਹੜੇ ਕੱਢੇ ਜਾਂਦੇ ਆ। 4 ਦੀਵਾਰੀ ਤਾਂ ਇਹਦੀ ਨਹੀਂ ਅਜੇ ਹੋ ਸਕਦੀ ਜੀ। ਉੱਦਾਂ ਸਾਫ਼ ਸਫਾਈ ਕਰਾਵਾਂਗੇ ਜੀ।
ਅੱਗੇ ਆਏ ਜੀ ਅਸੀਂ ਸੰਘਵਾਲ ਦੇ ਸ਼ਮਸ਼ਾਨ ਘਾਟ ਵਿੱਚ। ਸ਼ਮਸ਼ਾਨ ਘਾਟ ਨੂੰ ਜਿਸ ਨੂੰ ਜ਼ਿੰਦਗੀ ਦਾ ਲਾਸਟ ਪੜਾਅ ਕਿਹਾ ਜਾਂਦਾ ਹੈ, ਉਸ ਦੀ ਕੰਡੀਸ਼ਨ ਕਿੱਦਾਂ ਦੀ ਆ ਦੇਖਦੇ ਹਾਂ। ਸਰਪੰਚ ਸਾਹਿਬ ਪੁੱਛਦੇ ਹਾਂ। ਸਰਪੰਚ ਸਾਹਿਬ, ਜਿਹੜੀ ਕੰਡੀਸ਼ਨ ਸ਼ਮਸ਼ਾਨ ਘਾਟ ਦੀ ਹੈ ਕਿੰਨੇ ਚਿਰ ਤੋਂ ਇਦਾਂ ਹੈ? ਇਹ ਜੀ ਸਾਡੇ ਪਿੰਡ ਦੀ ਜਿਹੜੀ ਜਗ੍ਹਾ ਹੈ ਸ਼ਮਸ਼ਾਨ ਘਾਟ ਜੀ, ਇਹ ਅਸਲ ਵਿੱਚ ਇੱਥੇ ਜੀ 4 ਕਨਾਲਾਂ ਢੇਰਾਂ ਦੀ ਜਗ੍ਹਾ ਹੈ ਜੀ, ਤੇ 4 ਕਨਾਲਾਂ ਸ਼ਮਸ਼ਾਨ ਘਾਟ ਹੈ ਜੀ। ਤੇ ਸਾਨੂੰ ਮਜਬੂਰੀ ਵਿੱਚ ਢੇਰ ਵੀ ਇੱਥੇ ਸਿੱਟਣੇ ਪੈਂਦੇ ਆ ਜੀ। ਆਹ ਜਿੱਥੇ ਆਪਾਂ ਖੜੇ ਆ, ਇਹ ਕਾਫੀ ਟੋਏ ਟਿੱਬੇ ਸੀਗੇ ਜੀ, ਤੇ ਮੈਂ 5-6 ਮਹੀਨੇ ਪਹਿਲਾਂ ਇੱਥੇ JCB ਲਿਆ ਕੇ ਤੇ ਇੱਥੇ ਕਟੋਆ ਪਟਾਇਆ ਤੇ ਆ ਜ਼ਮੀਨ ਜਿਹੜੀ ਹੈ ਪੱਧਰੀ ਕੀਤੀ ਆ ਜੀ, ਇੱਥੇ ਸਿੱਟੀ ਆ ਤੇ ਟੋਏ ਟਿੱਬੇ ਜਿਹੜੇ ਬੰਦ ਕਰ ਦਿੱਤੇ ਆ। ਹੁਣ ਅਸੀਂ 1 ਲੱਖ ਰੁਪਈਆ ਸਰਕਾਰ ਕੋਲ ਮਨਜ਼ੂਰ ਕਰਾਇਆ ਜੀ। ਅੱਜ ਜਿੱਥੇ ਆਪਾਂ ਖੜੇ ਆ, ਜਿਹੜੇ ਬੂਟਿਆਂ ਦੀ ਲਾਈਆਂ 2 ਲਾਈਨਾਂ, ਇਹ ਗੱਬੇ, ਇੱਥੇ ਦੀ ਗੱਬਿਆਂ ਦੀ ਸੜਕ ਬਣੂਗੀ ਜੀ, ਇੰਟਰਲੋਕ ਲੋਕਾਂ ਵਾਲੀ ਸੜਕ ਤੋਂ। ਔਰ ਜਿਹੜੀ ਸ਼ੈੱਡ ਜਾ ਰਹੀ ਆ ਮ੍ਰਿਤਕ ਸ਼ੈੱਡ, ਜਿੱਥੇ ਆਪਾਂ ਸੰਸਕਾਰ ਕਰਦੇ ਆ, ਉੱਥੇ ਤੱਕ ਅਸੀਂ ਇੱਥੇ ਇੰਟਰਲੋਕ ਲਾ ਰਹੇ ਹਾਂ ਜੀ ਗੱਬਿਆਂ ਦੀ। ਇਹਦੀ ਪੋਜੀਸ਼ਨ ਪਹਿਲਾਂ ਨਾਲੋਂ ਖੜੀ ਆ। ਬਾਕੀ ਢੇਰ ਜਿਹੜੀ ਉਹ ਸਾਡੀ ਮਜਬੂਰੀ ਆ ਜੀ। ਇਹ ਢੇਰਾਂ ਦੀ ਵੀ ਜਗ੍ਹਾ ਅਸੀਂ ਇੱਥੋਂ ਕਿਸੇ ਨੂੰ ਰੋਕ ਵੀ ਨਹੀਂ ਸਕਦੇ ਜੀ। ਪ੍ਰੋਪਰ 4 ਦੀਵਾਰੀ ਵੀ ਨਹੀਂ, ਇਹਦੇ ਵਾਸਤੇ ਕੋਈ ਗ੍ਰਾਂਟ ਵਗੈਰਾ ਆਈ ਤੁਹਾਨੂੰ? ਨਹੀਂ, ਸਾਨੂੰ ਕੋਈ ਗ੍ਰਾਂਟ ਨਹੀਂ ਆਈ ਜੀ। ਇਹ ਅਸੀਂ ਆਪ ਹੀ ਜਿਹੜਾ ਕਰ ਰਹੇ ਹਾਂ, ਆਪਣੇ ਲੈਵਲ ਤੇ ਹੀ ਕਰ ਰਹੇ ਹਾਂ ਜੀ। ਅੱਜ ਜਿਹੜੀ ਸ਼ੈੱਡ ਵੀ ਅਸੀਂ ਬਣਾਈ ਆ, ਇਹ ਕੋਈ NRI ਵੀਰਾਂ ਦਾ ਹੀ ਸਹਿਯੋਗ ਲਿਆ ਜੀ। ਉਹਨਾਂ ਕਿੰਨੇ ਕੁ % NRI ਵੀਰਾਂ ਦਾ ਸਹਿਯੋਗ ਹੈਗਾ? ਜਿਹੜੇ ਸਾਡੇ NRI ਭਰਾ ਗਏ ਆ ਜੀ, ਕੁਛ ਨਾ ਕੁਛ ਸਾਡੀ ਮਦਦ ਕਰ ਦਿੰਦੇ। ਸ਼ੈੱਡ ਤਕਰੀਬਨ ਅਸੀਂ NRI ਭਰਾਵਾਂ ਕੋਲੋਂ ਹੀ ਲੈ ਕੇ ਕੀਤੀ ਆ ਜੀ। ਕਿਹਨਾਂ ਬੰਦਿਆਂ ਨੇ ਇੱਥੇ ਗ੍ਰਾਂਟ ਜਿਹੜੀ ਆ ਪੈਸੇ ਬਾਹਰੋਂ ਭੇਜੇ ਆ ਇਹ ਸ਼ੈੱਡ ਦੀ ਸੇਵਾ ਵਾਸਤੇ? ਸਾਡਾ ਸਾਥੀ ਹੁਣੀ ਦੱਸਣਗੇ ਜੀ, ਜਸਪ੍ਰੀਤ ਸਿੰਘ ਹੁਣੀ ਇਹ ਦੱਸਣਗੇ ਕਿੱਥੋਂ ਪੈਸੇ ਆਏ ਆ। ਮੈਂ ਤਾਂ ਬਸ ਇੰਨਾ ਕਹਿ ਸਕਦਾ ਵੀ ਇਹ ਸ਼ੈੱਡ ਜਿਹੜੀ ਆ, ਇਹ NRI ਭਰਾਵਾਂ ਦੀ ਸਹਿਯੋਗ ਨਾਲ ਬਣਾਈ। ਸਰਕਾਰ ਵੱਲੋਂ ਸਾਨੂੰ ਕੋਈ ਪੈਸਾ ਨਹੀਂ ਇੱਥੇ ਮਿਲਿਆ। ਹਾਂਜੀ ਸਰ, ਕਿਹਨਾਂ ਭਰਾਵਾਂ ਦੇ ਜਿਹੜੇ NRI ਵੀਰ ਆ ਸਹਿਯੋਗ ਦੇ ਨਾਲ ਇਹ ਜਿਹੜਾ ਇਹਦਾ ਕੰਮ ਨੇਪਰੇ ਚੜਿਆ? ਦੇਖੋ ਜੀ, ਜਿਹੜੇ ਸਾਂਝੇ ਕੰਮ ਹੁੰਦੇ ਨਾ ਪਿੰਡਾਂ ਦੇ, ਇਹਦੇ ਵਿੱਚ ਸਾਰੇ ਹੀ ਮੰਨ ਲਓ ਜਿਹੜੇ ਪਿੰਡ ਦੇ ਬਾਹਰ ਗਏ ਸੱਜਣ, ਸਾਡੇ ਭਰਾ, ਸਾਡੇ ਚਾਚੇ ਤਾਏ, ਉਹ ਸਾਰਿਆਂ ਦਾ ਯੋਗਦਾਨ ਹੁੰਦਾ। ਹੁਣ ਜੇ ਆਪਾਂ ਥੋੜੇ ਨਾਂ ਲਵਾਂਗੇ, ਕੋਈ 2-4 ਬੰਦੇ ਦੇ ਨਾਂ ਆਪਾਂ ਲੈ ਦਿੰਦੇ ਆ, ਤਾਂ ਬਾਕੀ ਬੰਦੇ ਆ ਚੈਨਲ ਤੁਹਾਡਾ ਮਾਧਿਅਮ ਰਾਹੀਂ, ਇਹ ਫੇਸਬੁੱਕਾਂ ਰਾਹੀਂ ਚੱਲਦਾ ਜਾਣਾ, ਇਹ ਪਹੁੰਚ ਜਾਂਦਾ ਹੁੰਦਾ ਬੰਦਿਆਂ ਕੋਲ। ਜੇ ਕਿਸੇ ਦਾ ਤਿਲ ਫੁੱਲ ਵੀ ਆਇਆ, ਕਿਸੇ ਦਾ 1000, 500, 2000 ਵੀ ਆਇਆ, ਉਹ ਬੰਦਾ ਨਾਰਾਜ਼ ਹੁੰਦਾ। ਇਹਦੇ ਨਾਲ ਹੀ ਸਾਰੇ ਸਮੁੱਚੇ ਨੂੰ NRI ਭਰਾਵਾਂ ਦਾ ਨਾਂ ਲੈ ਲਈਏ, ਕਿ ਜੋ ਕੈਨੇਡਾ, ਅਮਰੀਕਾ, ਜੋ ਜਿਹੜੀਆਂ ਵੀ ਕੰਟਰੀਆਂ ਸਾਡੇ ਸਾਥੀ ਭਰਾ ਸਾਡੇ ਬੈਠੇ ਆ, ਉਹਨੇ ਸਾਰਿਆਂ ਤੋਂ ਸਹਿਯੋਗ ਕੀਤਾ। ਉਹਦੇ ਸਹਿਯੋਗ ਨਾਲ ਹੀ ਬਣਿਆ ਸਭ ਕੁਝ। ਸਰ ਕੀ ਨਾਮ ਹੈ? ਜਰਮਨ ਸਿੰਘ। ਜਰਮਨ ਸਿੰਘ ਜੀ, ਕਿੱਦਾਂ ਦੀ ਕੰਡੀਸ਼ਨ ਸੀ ਇਹਨਾਂ ਦੇ ਕਾਰਜਕਾਲ ਤੋਂ ਪਹਿਲਾਂ ਸ਼ਮਸ਼ਾਨ ਘਾਟ ਦੀ? ਪਹਿਲੇ ਬਹੁਤ ਮਾੜੀ ਕੰਡੀਸ਼ਨ ਸੀਗੀ। ਇੱਥੇ ਗਏ ਸੰਸਕਾਰ ਕਰਦੇ ਹੁੰਦੇ ਸੀਗੇ, ਗਾਂਹ ਸਾਰੇ ਬੂਝੇ ਸੀਗੇ, ਟੋਹੇ ਸੀਗੇ। ਹੁਣ ਜਦੋਂ ਦੇ ਸਰਪੰਚ ਸਾਹਿਬ ਬਣੇ ਆ, ਕਾਫੀ ਸੁਧਾਰ ਹੋਇਆ। ਇੱਕ ਸਾਡੇ ਇੱਥੇ ਆ ਮੋਹਰੇ ਪ੍ਰਧਾਨ ਬਣਾਏ ਫੌਜੀ ਸਾਹਿਬ ਆ, ਉਹਨਾਂ ਦਾ ਬਹੁਤ ਸੰਯੋਗ ਆ। ਉਹਨੇ ਨਾਲ ਹੋ ਕੇ ਸਾਰਾ ਕੁਝ ਇਹ ਕੀਤਾ, ਤੇ ਸਰਪੰਚ ਸਾਹਿਬ ਦਾ ਬਹੁਤ ਸੰਯੋਗ ਇਹਦੇ ਵਿੱਚ। ਬਾਕੀ ਹੋਰ ਭਰਾਵਾਂ ਦਾ, ਸਾਰਿਆਂ ਦਾ ਹੀ ਨਾਲ ਲੈ ਕੇ ਤੁਰ ਪਏ। ਪੰਚਾਇਤ ਦੇ ਕਾਰਜਕਾਲ ਤੋਂ ਤੁਸੀਂ ਖੁਸ਼ ਹੋ? ਹਾਂਜੀ, ਇਸ ਟਾਈਮ ਬਹੁਤ ਖੁਸ਼ ਹਾਂ ਜੀ। ਠੀਕ ਹੈ ਸਰਪੰਚ ਸਾਹਿਬ, ਕੀ ਕਾਰਨ ਆ ਕਿ ਜਿਹੜੀ ਪ੍ਰੋਪਰ ਜਿਹੜੀ ਢੇਰ ਆ ਉਹ ਪ੍ਰੋਪਰ ਜਗ੍ਹਾ ਨਹੀਂ ਹੈਗੀ, ਜਾਂ ਜਗ੍ਹਾ ਹੈਗੀ ਤੇ ਪ੍ਰੋਪਰ ਡਿੱਗ ਨਹੀਂ ਰਿਹਾ, ਕੀ ਉਹਦਾ ਕੀ ਕਾਰਨ ਆ? ਮੈਂ ਦੱਸਿਆ ਜੀ ਤੁਹਾਨੂੰ, ਇੱਥੇ ਸਰਕਾਰ ਦੀ ਕਾਗਜ਼ਾਂ ਵਿੱਚ ਹੀ ਇੰਨੀ ਆ ਜੀ। 4 ਕਨਾਲਾਂ ਢੇਰਾਂ ਦੀ ਜਗ੍ਹਾ ਤੇ 4 ਕਨਾਲਾਂ ਸ਼ਮਸ਼ਾਨ ਘਾਟ ਲਈ ਜਗ੍ਹਾ ਜੀ। ਤੇ ਢੇਰ ਇੱਥੇ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ, ਨਾ ਹੋਰ ਕਿਤੇ ਜਗ੍ਹਾ ਵੀ ਹੈ ਨਹੀਂ ਜੀ ਸਿੱਟਣ ਨੂੰ ਕਿਤੇ। ਟੋਟਲ ਕਿੰਨੀਆਂ ਜਗ੍ਹਾ ਹੈਗੀਆਂ ਪਿੰਡ 'ਚ ਢੇਰਾਂ ਦੀਆਂ ਜੀ? ਹਾਂਜੀ। ਢੇਰਾਂ ਦੀ ਇੱਕ ਇਹ ਆ, ਸਾਡੇ ਇੱਕ ਉੱਧਰ ਸਾਡੇ ਨੇੜੇ ਹੋ ਰਿਹਾ ਜੀ, ਉਹ ਜਿੱਧਰ ਤੁਹਾਨੂੰ ਛੱਪੜ ਦਿਖਾ ਲਿਆ ਸੀ, ਉੱਧਰ ਹੈ ਢੇਰਾਂ ਦੀ ਜਗ੍ਹਾ। ਉੱਥੇ ਹੈਗੀ 2 ਕਨਾਲ 11 ਮਰਲੇ ਜੀ। ਇਹ ਹੈਗੀ 4 ਕਨਾਲਾਂ ਜਗ੍ਹਾ ਢੇਰਾਂ ਦੀ। ਦੋਨਾਂ ਦੀ ਕੰਡੀਸ਼ਨ ਇਦਾਂ ਦੀ ਹੈ? ਨਹੀਂ, ਉਹ ਤਾਂ ਠੀਕ ਹੈ ਜੀ। ਉਹ ਤੁਸੀਂ ਤਾਂ ਸਾਡੇ ਉੱਥੇ ਘਰ ਦੇ ਮੂਹਰੇ ਦਿਖਾਈ, ਜਿੱਥੇ ਸਕੂਟਰੀ ਮੇਰੀ ਖੜੀ ਸੀ, ਉਹ ਪੱਧਰੀ ਆ ਜਗ੍ਹਾ। ਉਹਤੇ ਅੱਧੀ ਤੇ ਅਸੀਂ ਢੇਰ ਸਿੱਟਦੇ ਆ, ਅੱਧੀ ਨੂੰ ਮੂਹਰੇ ਪੱਧਰੇ ਕੀਤਾ ਸਾਫ਼ ਕਰਨ ਨੂੰ, ਬੈਠਣ ਬੁੱਠਣ ਨੂੰ। ਆਉਣ ਵਾਲੇ ਟਾਈਮ ਤੁਸੀਂ ਇਹਦਾ ਕੋਈ ਸੁਧਾਰ ਕਰੋਗੇ? ਇਹਦਾ ਇੱਥੇ 4 ਦੀਵਾਰੀ ਕਰ ਦੇਵਾਂਗੇ ਜੀ, ਵੀ ਉਹ ਜਿਹੜੀ ਵੱਖਰੀ ਆ, ਉਹ ਵੱਖਰੀ ਦਿਸੇ ਨਾ ਸਾਨੂੰ ਗੰਦ। ਜਿੱਦਾਂ ਇੱਥੇ ਖੜੇ ਆ, ਉਹ ਗੰਦ ਨਾ ਦਿਸੇ, ਇੱਥੋਂ ਦੀ 4 ਦੀਵਾਰੀ ਕਰ ਦਿੱਤੀ ਜਾਊਗੀ ਜੀ। ਕਰਾਂਗੇ ਅਸੀਂ। ਠੀਕ। ਤੁਹਾਡੇ ਕੋਲ ਟੋਟਲ ਕਿੰਨੇ ਮਨਰੇਗਾ ਕਾਰਡ ਦੇ ਜੌਬ ਕਾਰਡ ਕਿੰਨੇ ਆ? ਸਾਡੇ ਕੋਲ 50-60 ਕਾਰਡ ਆ ਜੀ। ਮੈਂ ਇਸ ਵੇਲੇ ਮਨਰੇਗਾ ਦੇ ਚੱਲ ਰਿਹਾ। ਇਹ ਪ੍ਰੋਪਰ ਕੰਮ ਕਿੱਦਾਂ ਦਿੰਦੇ ਹੋ? ਪ੍ਰੋਪਰ ਕੰਮ ਸਾਡੇ ਚੱਲ ਰਿਹਾ ਜੀ। ਹੁਣ ਜਿੱਦਾਂ ਹੁਣ ਸਾਡੇ ਸੜਕ ਪੱਟ ਰਹੀ ਆ ਜੀ, ਤੇ 5 ਬੀਬੀਆਂ ਜਿਹੜੀਆਂ ਉਹ ਅਸੀਂ ਬਣ ਪਾਲ ਲਈ ਰੱਖੀਆਂ, ਉਹਨਾਂ ਨੇ ਆ ਬੂਟੇ ਲਾਏ ਆ। ਉਹ ਪਾਣੀ ਪਾਉਂਦੀਆਂ, ਗੁੱਡਦੀਆਂ, ਫਾਂਡਦੀਆਂ ਇਹਨੂੰ, ਪਾਣੀ ਵੀ ਉਹ ਲਾਉਂਦੀਆਂ, ਤੇ 5 ਇਹ ਬੂਟਿਆਂ ਤੇ ਆ। ਬਾਕੀ ਜਿਹੜੀਆਂ ਇਸ ਵੇਲੇ 9 ਬੀਬੀਆਂ ਜਿਹੜੀਆਂ ਉਹ ਕੰਮ ਕਰ ਰਹੀਆਂ। ਇਸ ਟਾਈਮ ਕੋਈ ਹੈਗਾ ਮਨਰੇਗਾ ਵਰਕਰ ਇੱਥੇ ਲੱਗਿਆ? ਹਾਂਜੀ ਹੈ ਜੀ। ਆਓ ਦੇਖਦੇ ਹਾਂ ਕਿ ਮਨਰੇਗਾ ਵਰਕਰ ਲੱਗੇ ਆ, ਉਹਨਾਂ ਨੂੰ ਇਹਨਾਂ ਦੇ ਕਾਰਜਕਾਲ 'ਚ ਕਿੰਨੀਆਂ ਕੁ ਸਹੂਲਤਾਂ ਮਿਲਦੀਆਂ। ਆਓ ਚਲੀਏ ਦੇਖੀਏ। ਸਾਡੇ ਸਾਹਮਣੇ ਜੋ ਕੰਮ ਚੱਲ ਰਿਹਾ, ਉਹ ਮਨਰੇਗਾ ਵਰਕਰ ਬੀਬੀਆਂ ਕੰਮ ਕਰ ਰਹੀਆਂ। ਆਓ ਉਹਨਾਂ ਦੇ ਰੂਬਰੂ ਹੋ ਕੇ ਜਾਣਦੇ ਆ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਇਹਨਾਂ ਦੇ ਕਾਰਜਕਾਲ ਵਿੱਚ, ਔਰ ਪ੍ਰੋਪਰ ਉਹਨਾਂ ਨੂੰ ਪੂਰੇ ਦਿਨ ਕੰਮ ਮਿਲ ਰਿਹਾ ਹੈ। ਮਾਤਾ ਕੀ ਨਾਮ ਜੀ ਆਪਣਾ? ਲਾਜਵੰਤੀ। ਲਾਜਵੰਤੀ ਜੀ, ਤੁਸੀਂ ਇਹ ਪੰਚਾਇਤ ਦੇ ਕਾਰਜਕਾਲ ਤੋਂ ਖੁਸ਼ ਹੋ ਜੀ? ਹਾਂ ਜੀ। ਤੁਹਾਨੂੰ ਪ੍ਰੋਪਰ ਕੰਮ ਮਿਲ ਰਿਹਾ ਜੀ? ਹਾਂ ਜੀ, ਮਿਲਦਾ ਆ ਕੰਮ। ਤੇ ਕਿੰਨੀਆਂ ਬੀਬੀਆਂ ਇੱਥੇ ਕੰਮ ਕਰ ਰਹੀਆਂ? ਇੱਥੇ ਕਰਦੀਆਂ 5 ਜਣੀਆਂ। ਤੇ ਕਿੰਨੇ ਦਿਨ ਕੰਮ ਮਿਲਦਾ? ਹੁਣ ਮਿਲ ਜਾਂਦਾ ਸਾਨੂੰ 100 ਦਿਨ ਮਿਲਦਾ।
ਪ੍ਰੋਪਰ ਮਿਲਦਾ ਹਾਂਜੀ ਤੁਸੀਂ ਖੁਸ਼ ਹੋ ਸਰਪੰਚ ਸਾਹਿਬ ਦੇ ਕਾਰਜ ਹਾਂ ਹਾਂ ਕੁਛ ਆ ਕੋਈ ਕੰਪਲੇਂਟ ਤਾਂ ਨਹੀਂ ਨਹੀਂ ਸਗਵਾਲ ਪਿੰਡ ਕਾਫੀ ਟਾਈਮ ਤੋਂ ਜਿਮ ਦੀ ਸਹੂਲਤ ਵਾਸਤੇ ਵਾਂਝਾ ਸੀ। ਇਸ ਪੰਚਾਇਤ ਨੇ ਆਪਣੇ ਕਾਰਜਕਾਲ ਵਾਸਤੇ ਜਿਮ ਵਾਸਤੇ ਗ੍ਰਾਂਟ ਮੰਗਾਈ ਔਰ ਜਿਮ ਦਾ ਕੰਮ ਜਿਹੜਾ ਉਹ ਚੱਲ ਰਿਹਾ, ਜਿਮ ਵਾਸਤੇ ਕਮਰਾ ਵੀ ਉਸਾਰਿਆ ਹੈ। ਅੱਗੇ ਅਸੀਂ ਕੁਝ ਨੌਜਵਾਨਾਂ ਦੇ ਰੂਬਰੂ ਹੋਵਾਂਗੇ ਔਰ ਸਰਪੰਚ ਸਾਹਿਬ ਕੋਲ ਪੁੱਛਾਂਗੇ ਕਿ ਇਹ ਕਿਹੜਾ ਕਾਰਜ ਆ ਜਾਂ ਕੰਪਲੀਟ ਕਾਰਜ ਆ, ਕਿੰਨੇ ਚਿਰ 'ਚ ਪੂਰਾ ਹੋਏਗਾ। ਹਾਂਜੀ ਸਰਪੰਚ ਸਾਹਿਬ। ਇਹ ਜੀ ਜਿੱਥੇ ਆਪਾਂ ਖੜੇ ਆ ਹਾਂਜੀ ਇਹ ਜਿਮ ਦੀ ਜਗ੍ਹਾ ਹੈ ਜੀ। ਹੂੰ। ਇਹ ਗ੍ਰਾਂਟ ਸਾਨੂੰ ਬਾਦਲ ਸਾਹਿਬ ਨੇ ਜਦੋਂ ਨਾ ਸੰਗਤ ਦਰਸ਼ਨ ਕੀਤਾ ਸੀ ਨਾ ਜੀ, ਉਦੋਂ ਸਾਨੂੰ ਦਿੱਤੀ ਸੀ 3 ਲੱਖ ਦੀ ਕਮਰਾ ਬਣਾਉਣ ਲਈ। ਇਹ ਸਾਤੋਂ ਜਿਹੜੀ ਪਹਿਲੀ ਪੰਚਾਇਤ ਉਹਨਾਂ ਨੇ ਨਹੀਂ ਬਣਾਈ ਜੀ, ਤੇ ਅਸੀਂ ਹੁਣ ਇਹ ਜਿਹੜਾ ਜਿਮ ਦਾ ਕਮਰਾ ਜੀ ਇਹ ਤਿਆਰ ਕੀਤਾ ਤੇ ਨੌਜਵਾਨਾਂ ਨੂੰ ਸਮਰਪਿਤ ਕਰਤਾ। ਸਾਨੂੰ ਜਿਮ ਦਾ ਸਮਾਨ ਵੀ ਸਾਡੇ ਕੋਲ ਹੈਗਾ ਜੀ, ਤੇ ਸਾਡਾ ਇੱਥੇ ਕੰਮ ਚੱਲ ਰਿਹਾ ਜੀ। ਕਿੰਨਾ ਰਕਬਾ ਕੁੱਲ? ਇਹ ਹੈਗਾ ਜੀ 11 ਮਰਲੇ ਦਾ ਰਕਬਾ ਹੈ ਜੀ ਇਹ, ਹੂੰ। ਤੇ ਇਹਦੇ ਵਿੱਚ ਅਸੀਂ ਇਹ ਜਿਮ ਦਾ ਕਮਰਾ ਤਿਆਰ ਕੀਤਾ ਜੀ। ਤੇ ਕਿੰਨੇ ਚਿਰ ਤੇ ਆਸ ਰੱਖਦਾ ਜਿਹੜੇ ਨੌਜਵਾਨ ਪੀੜ੍ਹੀ ਆਸ ਰੱਖਦੀ ਆ ਕਿ ਤੁਸੀਂ ਇਸ ਚੀਜ਼ ਨੂੰ ਨੇਪਰੇ ਚਾੜੋਗੇ ਔਰ ਜਿਮ ਪ੍ਰੋਪਰ ਸਟਾਰਟ ਕਰ ਦੋਗੇ? ਦੇਖੋ ਜੀ ਸਾਡੇ ਕੋਲ ਸਮਾਨ ਵੀ ਪਿਆ ਜੀ। ਟੀਨੂ ਸਾਹਿਬ ਜਦੋਂ ਨਾ ਸੀਗੇ ਮੁੱਖ ਸਕੱਤਰ, ਉਹਨਾਂ ਨੇ ਸਾਨੂੰ ਸਮਾਨ ਵੀ ਦਿੱਤਾ। ਅਸੀਂ ਇਸ ਮਹੀਨੇ ਦੇ ਵਿੱਚ ਇਹ ਸਮਾਨ ਜਿਹੜਾ ਇੱਥੇ ਟਿਕਾ ਦੇਣਾ, ਕੰਮ ਸ਼ੁਰੂ ਹੋ ਜਾਏਗਾ ਜੀ ਇੱਥੇ ਜਿਮ ਦਾ। ਅੱਗੇ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਕਿਸ਼ਨਗੜ੍ਹ ਜਾ ਕੇ ਕਰਦੇ ਸੀ, ਹੁਣ ਉਹ ਇੱਥੇ ਸ਼ੁਰੂ ਕਰਨਗੇ ਜੀ ਆਪਣੀ ਜਿਮ ਪ੍ਰੈਕਟਿਸ ਇੱਥੇ ਕਰਨਗੇ। ਹਾਂਜੀ ਸਰ, ਕੀ ਨਾਮ ਜੀ ਆਪਣਾ? ਮੈਂ ਨਰਿੰਦਰ ਸਿੰਘ ਜੀ। ਨਰਿੰਦਰ ਸਿੰਘ ਜੀ, ਤੁਸੀਂ ਇਸ ਜਿਹੜੀ ਕਾਰਜਕਾਲ ਹੁਣ ਦਾ ਪੰਚਾਇਤ ਦਾ ਹੈ, ਇਹਨਾਂ ਨੇ ਨੌਜਵਾਨ ਪੀੜ੍ਹੀ ਵਾਸਤੇ ਕੀ ਕੁਛ ਕੀਤਾ ਹੈ? ਦੇਖੋ ਜੀ ਬਹੁਤ ਕੀਤਾ, ਸਾਡੇ ਜਿਮ ਤਿਆਰ ਕੀਤੀ ਆ। ਸਾਨੂੰ ਪਹਿਲਾਂ ਕਿਸ਼ਨਗੜ੍ਹ ਜਾਣਾ ਪੈਂਦਾ ਸੀ, ਹੂੰ। ਤੇ ਹੁਣ ਅਸੀਂ ਇੱਥੇ ਜਿਮ ਲਾ ਰਹੇ ਹਾਂ, ਕਿਉਂਕਿ ਸਾਡੇ ਪਿੰਡ ਦੀ ਟੀਮ ਵੀ ਆ ਕਬੱਡੀ ਦੀ। ਸਾਨੂੰ ਮਤਲਬ ਲੋੜ ਆ ਪ੍ਰੈਕਟਿਸ ਦੀ, ਕਿਉਂਕਿ ਠੰਡ ਆ। ਹੁਣ ਅਸੀਂ ਠੰਡ ਜ਼ਿਆਦਾ ਜਿਮ ਕਰੀਦੀ ਆ, ਪਰ ਜਿਮ ਇੱਥੇ ਹੁਣ ਸਾਨੂੰ ਵਧੀਆ ਸਾਡੇ ਲਈ ਲਾਭ ਆ ਕਿ ਅਸੀਂ ਕੋਲ ਘਰ ਆ, ਨਾਲ ਹੀ ਜਿਮ ਆ। ਕਿੰਨੇ ਚਿਰ ਤੋਂ ਵਾਂਝਾ ਸੀ ਇਹ ਪਿੰਡ ਜਿਮ ਤੋਂ? ਪਹਿਲੀ ਪੰਚਾਇਤ ਵੀ ਕਰਦੀ ਸੀ ਜਿਮ ਆਉਣਾ ਮਤਲਬ ਜਗ੍ਹਾ ਨਹੀਂ ਸੀ। ਉਹਨਾਂ ਨੇ ਪਹਿਲਾਂ ਆਇਆ ਸੀ, ਚੈੱਕ ਆਇਆ ਸੀ, ਪਰ ਚੈੱਕ ਮੁੜ ਗਿਆ। ਉਹਨੇ ਕੀਤਾ ਨਹੀਂ। ਪੰਚਾਇਤ ਸਾਡੀ ਕਰੇ ਮਾੜੀ ਸੀ, ਪਰ ਇਹ ਪੰਚਾਇਤ ਨੇ ਸਾਨੂੰ ਜਿਮ ਬਣਾ ਦਿੱਤੀ। ਸਭ ਕੁਝ ਤਾਂ ਤੁਸੀਂ ਦੇਖਿਆ ਹੁਣ, ਸਾਰਾ ਸੇਵੇ ਸਾਰੇ ਵਧੀਆ ਕਰਤੇ ਆ, ਤੇ ਹੁਣ ਮਤਲਬ ਅਸੀਂ ਸਾਰੇ ਸੰਤੁਸ਼ਟ ਹਾਂ ਕਿ ਹਾਂ ਜਿਮ ਆ ਗਈ ਸਾਡੇ ਇੱਥੇ। ਕੀ ਨਾਮ ਜੀ ਆਪਣਾ? ਜਸਕਰਨ ਸਿੰਘ। ਜਸਕਰਨ ਸਿੰਘ ਜੀ, ਤੁਸੀਂ ਕਿੱਦਾਂ ਦਾ ਕਾਰਜਕਾਲ ਪੰਚਾਇਤ ਦਾ ਜਿਹੜਾ ਹੈਗਾ? ਬਹੁਤ ਵਧੀਆ ਹੈ ਜੀ ਕਾਰਜ। ਇਹਨਾਂ ਨੇ ਸਾਨੂੰ ਜਿਮ ਬਣਾ ਕੇ ਦਿੱਤਾ ਜੀ, ਜੋ ਕਮਰਾ ਤਿਆਰ ਹੋ ਗਿਆ ਜੀ, ਤੇ ਇਹਦੇ ਵਿੱਚ ਸਮਾਨ ਵੀ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਆ ਜਾਊਗਾ ਜੀ। ਤੇ ਅਸੀਂ ਸਾਨੂੰ ਪਹਿਲਾਂ ਕਿਸ਼ਨਗੜ੍ਹ ਜਾਣਾ ਪੈਂਦਾ ਸੀਗਾ ਜੀ, ਤੇ ਹੁਣ ਸਾਡੇ ਲਾਗੇ ਹੋ ਗਿਆ। ਮਤਲਬ ਕਿ ਠੰਡ ਦੇ ਦਿਨ ਆ, ਥੋੜ੍ਹਾ ਕਿਸ਼ਨਗੜ੍ਹ ਜਾਣਾ ਔਖਾ ਹੋ ਜਾਂਦਾ ਸੀਗਾ ਜੀ, ਤੇ ਇਸ ਕਰਕੇ ਹੁਣ ਸਾਨੂੰ ਬਹੁਤ ਖੁਸ਼ ਹਾਂ ਜੀ ਅਸੀਂ। ਸਾਡਾ ਜਿਮ ਇੱਥੇ ਜਿਮ ਸਾਡੇ ਪਿੰਡ ਦੇ ਵਿੱਚ ਬਣ ਗਿਆ ਜੀ। ਆਓ ਜੀ ਕੁਛ ਹੋਰ ਨੌਜਵਾਨਾਂ ਨੂੰ ਪੁੱਛਦੇ ਹਾਂ। ਸਰ, ਤੁਸੀਂ ਕੋਈ ਪਿੰਡ ਦੇ ਨੌਜਵਾਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ? ਹਾਂਜੀ ਜ਼ਰੂਰ ਦੇਣਾ ਚਾਹਾਂਗੇ ਜੀ। ਅਸੀਂ ਚਾਹੁੰਦੇ ਹਾਂ ਵੀ ਸਾਡੇ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ, ਐਕਸਰਸਾਈਜ਼ ਕਰਨ। ਐਕਸਰਸਾਈਜ਼ ਕਰਨਾ ਜਿਹੜੀ ਸਾਡੀ ਬਾਡੀ ਆ, ਸਾਡੀ ਸਿਹਤ ਆ, ਫਿੱਟ ਰਹਿੰਦੀ ਆ। ਤੇ ਫਿਰ ਜਦੋਂ ਬੰਦਾ ਐਕਸਰਸਾਈਜ਼ ਕਰਦਾ ਉਹਦਾ ਨਸ਼ੇ ਵੱਲੋਂ ਧਿਆਨ ਵੀ ਘਟ ਜਾਂਦਾ ਆ। ਤੇ ਸਾਰੇ ਹੀ ਚਾਹੁੰਦੇ ਅਸੀਂ ਵੀ ਜਿਹੜਾ ਹੁਣ ਜਿਮ ਦਾ ਕਮਰਾ ਅਸੀਂ ਤਿਆਰ ਕੀਤਾ ਹੈ, ਸਮਾਨ ਸਾਡੇ ਕੋਲ ਪਿਆ ਆ, ਜੋ ਕਿ ਪਵਨ ਟੀਨੂ ਜੀ ਸਾਂਸੀ ਸਕੱਤਰ ਸੀਗੇ, ਉਦੋਂ ਅਸੀਂ ਆਦਮਪੁਰੋਂ ਉਹਨਾਂ ਤੋਂ ਜੋ ਆਈਆਂ ਸੀ ਕਿੱਟਾਂ, ਸਾਰਾ ਸਮਾਨ ਉਹ ਲੈ ਕੇ ਆਏ ਸੀ, ਤੇ ਉਹ ਹੁਣ ਸਮਾਨ ਜਲਦੀ ਰੱਖ ਰਹੇ ਇੱਥੇ ਅਸੀਂ। ਤੇ ਨੌਜਵਾਨਾਂ ਨੂੰ ਮੈਸੇਜ ਆ ਵੀ ਆਓ ਜੀ ਇੱਥੇ ਆਪਣਾ ਆ ਕੇ ਤੁਸੀਂ ਮਿਹਨਤ ਐਕਸਰਸਾਈਜ਼ ਕਰੋ। ਹੁਣ ਅਸੀਂ ਪਹੁੰਚੇ ਹਾਂ ਸਗਵਾਲ ਦੇ ਦੂਸਰੇ ਸ਼ਮਸ਼ਾਨ ਘਾਟ ਵਿੱਚ, ਜਿਸ ਨੂੰ ਜਨਰਲ ਸ਼ਮਸ਼ਾਨ ਘਾਟ ਦੇ ਨਾਲ ਜਾਣਿਆ ਜਾਂਦਾ ਹੈ। ਇੱਥੇ ਐਨਆਰ ਵੀਰਾਂ ਨੇ ਕਾਫੀ ਸਹਿਯੋਗ ਕੀਤਾ ਔਰ ਪਿੰਡ ਦੇ ਜਿਹੜਾ ਸ਼ਮਸ਼ਾਨ ਘਾਟ ਆ ਹਰ ਸਹੂਲਤ ਨਾਲ ਲੈਸ ਆ। ਜਾਣਦੇ ਹਾਂ ਕਿ ਕਿਹਨਾਂ ਸਹੂਲਤਾਂ ਨਾਲ ਇਹ ਸ਼ਮਸ਼ਾਨ ਘਾਟ ਲੈਸ ਹੈ। ਆਓ ਚਲੀਏ। ਸਰਪੰਚ ਸਾਹਿਬ, ਇਹ ਜਿਹੜਾ ਸ਼ਮਸ਼ਾਨ ਘਾਟ ਆ ਇਹਨੂੰ ਕਿਸ ਨਾਲ ਜਾਣਿਆ ਜਾਂਦਾ ਔਰ ਇੱਥੇ ਕਿੰਨਾ ਕੁ ਐਨਆਰਆਈ ਪਾਰਟੀ ਦਾ ਕਿੰਨਾ ਸਰਕਾਰਾਂ ਦਾ ਯੋਗਦਾਨ ਆ? ਇਹ ਜਿੱਥੇ ਆਪਾਂ ਖੜੇ ਆ ਜਨਰਲ ਸ਼ਮਸ਼ਾਨ ਘਾਟ ਹੈ ਜੀ। ਇਹ 3 ਕਨਾਲ ਦਾ ਰਕਬਾ ਹੈ ਜੀ। ਇਹ 3 ਕਨਾਲ ਦੇ ਵਿੱਚ ਹੀ ਜੀ ਇੰਟਰਲੋਕ ਲੱਗਾ, ਚਾਰਦੀਵਾਰੀ ਇਹਦੀ ਹੋਈ ਆ। ਇੱਥੇ ਤਕਰੀਬਨ ਜਿਹੜਾ ਪੈਸਾ ਲੱਗਾ ਉਹ ਸਾਡੇ ਐਨਆਰਆਈ ਭਰਾਵਾਂ ਦਾ, ਜਿਹੜੇ ਪਿੰਡ ਦੇ ਬੰਦੇ ਬਾਹਰ ਅਮਰੀਕਾ ਕੈਨੇਡਾ ਬੈਠੇ ਆ, ਇਹ ਸਾਰਾ ਪੈਸਾ ਉਹਨਾਂ ਦਾ ਹੀ ਲੱਗਾ ਜੀ। ਇਹਦੇ ਬਾਰੇ ਵਿਸਤਾਰ ਸਹਿਤ ਸਾਡੇ ਜਸਪ੍ਰੀਤ ਸਿੰਘ ਜੀ ਤੁਹਾਨੂੰ ਦੱਸਣਗੇ। ਇਹ ਮੈਂ ਤਾਂ ਇੰਨਾ ਕਹਿ ਸਕਦਾ ਵੀ ਸਾਰਾ ਐਨਆਰਆਈ ਭਰਾਵਾਂ ਦਾ ਸਹਿਯੋਗ ਹੈ। ਠੀਕ ਹੈ ਸਰ। ਹਾਂਜੀ ਸਰ। ਇਹ ਜੀ ਸਾਡੇ ਸ਼ਮਸ਼ਾਨ ਘਾਟ ਦੀ ਹਾਲਤ ਨਾ ਅੱਜ ਤੋਂ ਸਾਲ ਕੁ ਪਹਿਲਾਂ ਬਹੁਤ ਮਤਲਬ ਬੁਰਾ ਹਾਲ ਸੀ ਸ਼ਮਸ਼ਾਨ ਘਾਟ ਦਾ। ਜੋ ਸਾਡੇ ਕਮਰੇ ਦਾ ਪਹਿਲਾਂ ਬਿਲਡਿੰਗ ਬਣੀ ਸੀ, ਇਹਨਾਂ ਪਰ ਫਰਸ਼ਾਂ ਵੀ ਪੈਂਡਿੰਗ ਪਈਆਂ ਸੀ, ਤੇ ਆ ਇੰਟਰਲੋਕ ਵਗੈਰਾ ਕੁਛ ਨਹੀਂ ਸੀ ਇੱਥੇ। ਮਤਲਬ ਬੂਝੇ ਵਾਝੇ ਸੀ। ਜਦੋਂ ਕੋਈ ਸੱਜੋ ਖੱਬੇ ਰਿਸ਼ਤੇਦਾਰ ਵੀ ਆਉਂਦੇ ਸੀ ਤਾਂ ਬੜਾ ਮਤਲਬ ਬੁਰਾ ਲੱਗਦਾ ਸੀ। ਇਹਦੇ ਵਿੱਚ ਸਾਡੀ ਟੀਮ ਬਣੀ ਇੱਕ, ਸਾਡੇ ਇਕਬਾਲ ਸਿੰਘ ਜੀ ਜਿਹੜੇ ਮਤਲਬ ਇਸ ਟੀਮ ਦੇ ਪ੍ਰਧਾਨ ਜਿਹਨੂੰ ਕਹਿ ਸਕਦੇ ਅਸੀਂ। ਇਹਨੇ ਬੜੀ ਮਿਹਨਤ ਕੀਤੀ, ਤਾਂ ਇਹਨਾਂ ਦੀ ਮਿਹਨਤ ਸਦਕਾ ਹੀ ਇੱਕ ਸਾਡੇ ਤਾਇਆ ਜੀ ਲੱਗਦੇ ਨੇ ਬਾਹਰ ਬਲਵੀਰ ਸਿੰਘ ਜੀ, ਉਹਨਾਂ ਦੀ ਪਰਸਨਲ ਇੰਟਰਸਟ ਦਿਖਾਇਆ ਇਸ ਕੰਮ ਦੇ ਵਿੱਚ। ਉਹਨੇ ਬੜਾ ਬਾਹਰੋਂ ਉੱਥੋਂ ਗ੍ਰਾਂਟ ਇਕੱਠੀ ਕਰਕੇ ਸਾਰਿਆਂ ਨੂੰ ਜ਼ੋਰ ਪਾ ਹਾਲੇ ਵੀ ਅੱਜ ਤਰੀਕ ਨਾਲ ਲੜਾਈ ਚੱਲਦੀ ਆ ਕਿ ਬਿਜਲੀ ਦਾ ਕਨੈਕਸ਼ਨ ਜਿਹੜਾ ਨਾ ਸਾਡਾ ਡਿਲੇ ਚੱਲ ਰਿਹਾ ਸਾਡਾ, ਤਾਂ ਉਹਦੇ ਕਰਕੇ ਅੱਜ ਦੀ ਤਰੀਕ ਨਾਲ ਲੜਾਈ ਚੱਲਦੀ। ਰੋਜ਼ ਫੋਨ ਆਉਂਦੇ ਆ ਜੋ ਕਨੈਕਸ਼ਨ ਲਵਾਓ। ਬਾਕੀ ਜਿਹੜੀ ਜ਼ਿਆਦਾ ਇਹ ਤੁਸੀਂ ਕੰਮ ਕੀਤਾ ਆ
ਉਹ ਸਾਡੇ ਪ੍ਰਧਾਨ ਇਕਬਾਲ ਸਿੰਘ ਜੀ ਕੀਤਾ ਹੈ। ਇਹ ਦੱਸਣਗੇ ਤੁਹਾਨੂੰ ਉਹਦੇ ਬਾਰੇ ਜ਼ਿਆਦਾ ਵਧੀਆ ਤਰੀਕੇ ਨਾਲ। ਹਾਂਜੀ ਸਰ, ਕੀ ਨਾਮ ਜੀ? ਹਾਂਜੀ, ਇਕਬਾਲ ਸਿੰਘ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਹਾਲ ਪਿੰਡ ਦਾ ਵਸਨੀਕ ਹਾਂ ਜੀ। ਠੀਕ ਹੈ। ਇਹ ਸਾਡੇ ਸ਼ਮਸ਼ਾਨ ਘਾਟ ਦੀ ਹਾਲਤ ਬਹੁਤ ਤਰਸਯੋਗ ਸੀ ਜੀ। ਪਹਿਲਾਂ ਇੱਥੇ ਕੋਈ ਬਗਲ ਨਹੀਂ ਸੀ, ਕੋਈ ਕਮਰਾ ਨਹੀਂ ਬਣਿਆ ਸੀ। ਫਿਰ ਸਾਡੇ NRI ਵੀਰ ਅਜੈਬ ਸਿੰਘ ਹੁਣੇ ਟੋਰਾਂਟੋ ਤੋਂ ਪੈਸੇ ਇਕੱਠੇ ਕਰਕੇ ਇਹ 4 ਦੀਵਾਰੀ ਕਰਾਈ। ਆਹ 2 ਕਮਰੇ ਜਿਹੜੇ ਆ ਜੀ ਇਹ ਬਣਵਾਏ। ਉਹ ਤੋਂ ਬਾਅਦ ਕੰਮ ਸਾਡਾ ਥੋੜਾ ਡਿਲੇਡ ਹੋ ਗਿਆ, ਵਿੱਚ ਰੁਕ ਗਿਆ, ਕੁਝ ਬੰਦੇ ਨਹੀਂ ਸਾਥ ਦੇ ਸਕੇ, ਕੰਮ ਰੁਕ ਗਿਆ। ਉਹ ਤੋਂ ਸਰ ਬਲਬੀਰ ਸਿੰਘ ਹੁਣਾਂ ਨੇ ਆਪਣੇ ਪਿਤਾ ਸਰਦਾਰ ਗੁਰਦਿਆਲ ਸਿੰਘ ਦੀ ਯਾਦ ਵਿੱਚ ਅਮਰੀਕ ਸਿੰਘ ਦੇ ਭਜਨ ਸਿੰਘ ਰਲ ਕੇ 1 ਲੱਖ ਰੁਪਈਆ ਦਾਨ ਦਿੱਤਾ। ਉਹਨਾਂ ਨੇ ਕਿਹਾ ਤੁਸੀਂ ਕੰਮ ਸ਼ੁਰੂ ਕਰੋ, ਅਸੀਂ ਪੈਸੇ ਘੱਲਦੇ। ਐਸਾ ਜੀ ਕੰਮ ਸ਼ੁਰੂ ਹੋਇਆ, ਐਸਾ ਕੰਮ ਸ਼ੁਰੂ ਹੋਇਆ। ਅਸੀਂ ਮਹਾਰਾਜ ਕਿਰਪਾ ਕੀਤੀ, NRI ਵੀਰਾਂ ਇੰਨਾ ਸਹਿਯੋਗ ਦਿੱਤਾ ਅਸੀਂ ਤੁਹਾਨੂੰ ਦੱਸ ਹੀ ਨਹੀਂ ਸਕਦੇ। ਪੈਸੇ ਦਾ ਹੜ੍ਹ ਆ ਗਿਆ। ਜਿਹੜਾ ਅਸੀਂ ਕੰਮ ਸ਼ੁਰੂ ਕੀਤਾ ਸੀ ਸਿਰਫ 10 ਫੁੱਟ ਤੋਂ ਲੈ ਕੇ ਇਧਰ ਨੂੰ ਇਹ ਇੰਟਰਲੋਕ 10 ਫੁੱਟ ਲਾ ਕੇ ਇਧਰ ਰਾਹ ਬਣਾਉਣਾ ਸਿਰਫ, ਤੇ ਬਾਕੀ ਅਸੀਂ ਕੰਮ ਬੰਦ ਕਰ ਦੇਣਾ। ਪਰ ਪੈਸਾ ਖਰਚ ਹੋਣ ਲੱਗ ਪਿਆ, ਉਧਰੋਂ ਆਉਣ ਲੱਗ ਪਿਆ। ਐਸਾ ਪੈਸਾ ਐਸਾ ਹੀ ਮਹਾਰਾਜ ਕਿਰਪਾ ਕੀਤੀ, ਸਾਰਾ ਜਿੰਨਾ ਅਸੀਂ ਸੋਚਿਆ ਵੀ ਨਹੀਂ ਸਾਰਾ ਇੰਟਰਲੋਕ ਲੱਗ ਗਿਆ। ਉਸ ਤੋਂ ਬਾਅਦ ਸਾਡੀ ਵਿਚਾਰ ਹੋਈ ਕਿ ਜਿਹੜੇ ਉੱਤੇ ਕਮਰੇ ਆ ਇਹਨਾਂ ਤੇ ਫਰਸ਼ ਨਹੀਂ ਲੱਗ ਸਕੀ ਸੀ। ਅੱਛਾ ਜੀ। ਕੰਮ ਰੁਕ ਗਿਆ ਸੀ। ਉਹ ਲਗਭਗ 1.25 ਲੱਖ ਰੁਪਏ ਦਾ ਪ੍ਰੋਜੈਕਟ ਸੀ। ਉਹ ਫਿਰ ਸਾਡੇ 1-2 ਬੰਦੇ ਸੀ, ਉਹਨਾਂ ਨੇ ਸਾਥ ਦਿੱਤਾ। ਉਹਨਾਂ ਨੇ ਬਲਵੀਰ ਸਿੰਘ ਨੇ ਉਹਨਾਂ ਨੂੰ ਕਹਿ ਕੇ ਪੈਸੇ ਲੈ ਕੇ ਸਾਡੀ ਫਰਸ਼ ਦਾ ਕੰਮ ਵੀ ਮੁਕੰਮਲ ਹੋ ਗਿਆ। ਫਿਰ ਸਾਡਾ ਉੱਤੇ ਇੱਕ ਹੋਰ ਕੰਮ ਸੀਗਾ ਕਿ ਸਾਡੇ ਇਹਦੇ ਉੱਤੇ ਜਿਹੜੀ ਛੱਤ ਸੀ ਨਾ, ਇਹ ਸੀਗੀ ਟੀਨਾਂ ਦੀ ਚਾਦਰਾਂ ਪਾਈਆਂ ਸੀ। ਫਿਰ ਕਿਸੇ ਬੰਦੇ ਨੇ ਆ ਕੇ ਕਿਹਾ ਵੀ ਤੁਸੀਂ ਜੇ ਹੁਣ ਕੰਮ ਸ਼ੁਰੂ ਕੀਤਾ ਆ ਕਿ ਇਹਤੇ ਲੈਂਟਰ ਵੀ ਪਾਓ। ਉਹ ਐਸਾ ਕੰਮ ਚੱਲਿਆ। ਮੁੜ ਕੇ ਫਿਰ ਉਹਨਾਂ ਨੇ ਬਲਬੀਰ ਸਿੰਘ ਹੁਣਾਂ ਨੇ ਬਾਹਰ ਕਹਿ ਕੇ ਸਾਰੇ ਬੰਦਿਆਂ ਨੂੰ ਕਹਿ ਕੇ ਅਮਰੀਕਾ, ਕੈਨੇਡਾ, ਇੰਗਲੈਂਡ ਸਾਰੀ ਜਗ੍ਹਾ ਤੋਂ ਪੈਸੇ ਆਏ। ਫਿਰ ਅਸੀਂ ਛੱਤ ਪਾਤੀ ਇੱਥੇ। ਛੱਤ ਪਾਉਣ ਤੋਂ ਬਾਅਦ ਫਿਰ 2 ਬੰਦੇ ਸਾਡੇ ਸੀਗੇ, ਭੁਪਿੰਦਰ ਸਿੰਘ ਹੋਣੀ ਤੇ ਇੱਕ ਸੁਖਦੇਵ ਸਿੰਘ। ਉਹਨਾਂ ਨੇ ਕਿਹਾ ਵੀ ਤੁਸੀਂ ਇੱਦਾਂ ਕਰੋ, ਜੇ ਇਹਨਾਂ ਨੂੰ ਕੰਮ ਸ਼ੁਰੂ ਕੀਤਾ, ਛੱਤ ਪੈ ਗਈ, ਸਾਡਾ ਯੋਗਦਾਨ ਵੀ ਪਾਓ, ਸਾਤੋਂ ਵੀ ਲਓ। ਉਹਨਾਂ ਨੇ ਪੈਸੇ ਰਲ ਕੇ ਭੱਠੀ ਦੀ ਸੇਵਾ ਕਰ ਲਈ ਜੀ। ਇਹ ਹੁਣ ਭੱਠੀ ਤਿਆਰ ਹੋ ਰਹੀ ਆ। ਇਸ ਭੱਠੀ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਆ। ਮੈਂ ਸਤਿਗੁਰ ਸੱਚੇ ਪਾਤਸ਼ਾਹ ਚਰਨਾਂ ਬੇਨਤੀ ਕਰਦਾ ਕਿ ਉਹਨਾਂ ਦੀ ਕਿਰਪਾ ਸਦਕਾ ਇਹ ਕੰਮ ਹੋਇਆ ਤੇ NRI ਵੀਰਾਂ ਦਾ ਸਹਿਯੋਗ ਨਾ ਹੋਇਆ। ਪਿੰਡ ਚੋਂ ਵੀ ਅਸੀਂ ਜੋ ਕੋਈ ਸਰਦਾ ਬਣਦਾ ਸੀ ਉਹਨਾਂ ਨੇ ਵੀ ਦਿੱਤਾ। ਉਹਨਾਂ ਨੇ ਉਹ ਵੀ ਲਾ ਕੇ ਸਾਰਾ ਕੰਮ ਅਸੀਂ ਇਹ ਮੁਕੰਮਲ ਕੀਤਾ। ਇਹ ਸਾਡਾ ਸਾਰਾ ਜਿਹੜਾ ਕੰਮ ਆ ਇਹ ਸਾਰਾ NRI ਵੀਰਾਂ ਦੇ ਸਹਿਯੋਗ ਨਾਲ ਹੀ ਹੋਇਆ। ਫਿਰ ਗਾਂਹ ਤੋਂ ਵੀ ਆਸ ਰੱਖਦਾ ਮੈਂ, ਉਹਨਾਂ ਨੂੰ ਚਾਹੁੰਦਾ ਆ ਕਿ ਉਹ ਗਾਂਹ ਤੋਂ ਵੀ ਸਾਡੇ ਪਿੰਡ ਦੇ ਕੰਮ ਬਹੁਤ ਕਰਨ ਵਾਲੇ ਰਹਿੰਦੇ ਆ। ਸਾਡਾ ਪਿੰਡ ਬਬਰਾਂ ਦਾ ਪਿੰਡ ਆ। ਸ਼ਹੀਦ ਬੰਤਾ ਸਿੰਘ, ਰੂੜ ਸਿੰਘ ਸਾਡੇ ਪਿੰਡ ਦੇ ਬਬਰ ਹੋਏ ਆ। ਲੇਕਿਨ ਜਿਹੜਾ ਕੰਮ ਆ ਸਾਡਾ ਕੁਝ ਰੁਕ ਗਿਆ, ਪੂਰਾ ਮੁਕੰਮਲ ਨਹੀਂ ਹੋਇਆ। ਵਿਕਾਸ ਦੇ ਕਈ ਕੰਮ ਰਹਿੰਦੇ ਆ। ਹੁਣ ਸਾਨੂੰ ਆਸ ਆ ਕਿ ਜਿੱਦਾਂ ਸਾਡਾ ਕੰਮ ਸ਼ੁਰੂ ਹੋਇਆ ਕਿ ਉਹ ਛੇਤੀ ਕੰਮ ਪਈਆ ਰਿੜਦਾ ਕਿਤੇ ਦਾ ਕਿਤੇ ਪਹੁੰਚ ਜਾਣਾ। ਅਸੀਂ ਪਿੰਡ ਨੂੰ ਬਹੁਤ ਵਧੀਆ ਤੇ ਸੋਹਣਾ ਬਣਾ ਕੇ ਸ਼ਾਇਦ ਦਿਖਾ ਲਈਏ। ਇੰਨਾ ਕੁਝ ਕਹਿੰਦਾ ਹੋਇਆ ਮੈਂ ਖਮਾ ਤਾਂ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਦੀਪ ਜੀ, ਪੱਠੀ ਵਗੈਰਾ ਦਿਖਾ ਦਿਓ ਜਿਹੜੀ ਸਾਰੀ ਬਣ ਰਹੀ ਹੈ। ਸਰ ਕਿੰਨੀ ਕੁ ਲਾਗਤ ਆਏਗੀ ਇਹਨਾਂ ਦੇ? ਲਗਭਗ ਜੀ 50,000 ਰੁਪਇਆ ਖਰਚ ਇੱਥੇ ਆਊਗਾ। ਇੱਕ ਪੱਠੀ ਦੇ ਆਗਾ ਜੀ? ਇੱਕ ਪੱਠੀ ਦੇ ਜੀ। ਠੀਕ ਹੈ ਜੀ। ਕਿਉਂਕਿ ਜਿਹੜੀ ਇੱਟ ਆ ਜੀ, ਇੱਟ ਬਹੁਤ ਮਹਿੰਗੀ ਆ, 30 ਰੁਪਏ ਦੀ ਇੱਟ ਆ। ਇਹ ਇੱਟ ਸਰੀਆ ਦੇ ਵਿੱਚ ਬਹੁਤ ਬਰੀਕ ਸਰੀਆ ਪੈਣਾ ਜੀ। ਸਰੀਆ 1 ਇੰਚ ਤੇ ਸਰੀਆ ਪੈਣਾ। ਜਿਹੜਾ ਇਦਾਂ 1 ਇੰਚ ਦਾ ਸਰੀਆ ਪੈਣਾ ਆ, ਉਹ ਸਰੀਏ ਨੂੰ ਅਸੀਂ ਇਦਾਂ ਕਰਨੀ ਆ ਜੀ ਕਿ ਜਿਹੜਾ ਵੀ ਅਸਤ ਹੋਣੇ ਆ ਉਹ ਲਗਭਗ ਉੱਤੇ ਰਹਿ ਜਾਣ, ਜੋ ਸਵਾਹ ਹੋਊਗੀ ਉਹ ਥੱਲੇ ਕਰ ਜਾਊਗੀ। 1 ਇੰਚ ਤੇ ਸਰੀਆ ਪੈਣਾ ਮੋਟਾ ਸਰੀਆ ਪਾ ਕੇ ਲਗਭਗ 50,000 ਰੁਪਇਆ ਉਸ ਤੇ ਆ ਜੀ। ਯਾਨੀ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਸ਼ਮਸ਼ਾਨ ਘਾਟ ਹਰ ਸਹੂਲਤ ਨਾਲ ਲੈਸ ਹੋਊਗਾ? ਮੈਂ ਕਿਹਾ ਜੀ ਮਹਾਰਾਜ ਕਿਰਪਾ ਕਰੇ। ਅਸੀਂ ਇੱਥੇ ਮੀਟਰ ਦਾ ਅਪਲਾਈ ਹੋ ਗਿਆ, ਬਿਜਲੀ ਆ ਜਾਣੀ, ਉਹ ਟੂਟੀਆਂ ਦੇ ਬਣਾਤਾ ਸੀ ਜਗਾੜ ਜੀ। ਇੱਥੇ ਅਸੀਂ ਸਾਰਾ ਕੁਝ ਟੂਟੀਆਂ ਰਾਟੀਆਂ ਲਾ ਕੇ ਵਧੀਆ ਬਣਾਵਾਂਗੇ। ਪਾਰਕਿੰਗ ਲਈ ਥਾਂ ਛੱਡ ਲਿਆ ਪਿਛਲੇ ਬੰਨੇ, ਉੱਥੇ ਪਾਰਕਿੰਗ ਘਾਹ ਲਾ ਦੇਣਾ ਤੇ ਬੂਟੇ ਵਿੱਚ ਲੱਗ ਗਿਆ, ਤੁਸੀਂ ਦਿਖਾ ਦਿਓ, ਬੂਟੇ ਸਾਰੇ ਲੱਗੇ ਆ। ਸਾਰਾ ਕੁਝ ਵਧੀਆ, ਮਹਾਰਾਜ ਕਿਰਪਾ ਕਰੇ ਕੰਮ ਸ਼ੁਰੂ ਹੋ ਗਿਆ। ਤੇ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਬਹੁਤ ਵਧੀਆ ਸ਼ਮਸ਼ਾਨ ਘਾਟ ਪਿੰਡ ਵੀ, ਕੱਲਾ ਸ਼ਮਸ਼ਾਨ ਘਾਟ ਨਹੀਂ, ਪਿੰਡ ਵੀ ਅਸੀਂ ਵਧੀਆ ਬਣਾ ਦੇਵਾਂਗੇ ਜੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡਾ ਸਹਿਯੋਗ ਦਿੱਤਾ। ਜਿੱਦਾਂ NRI ਵੀਰਾਂ ਨੇ ਸਾਡਾ ਸਹਿਯੋਗ ਦੇ ਰਹੇ ਆ, ਉਹ ਮੱਲੋ ਮੱਲੀ ਪੈਸੇ। ਉਹ ਤਾਂ ਹੁਣ ਇਹ ਵੀ ਇੱਕ ਮੈਨੂੰ ਅਮਰੀਕਾ ਤੋਂ ਫੋਨ ਆਇਆ ਸੀ ਕਿ 4 ਦੀਵਾਰੀ ਦਾ ਪਲਾਸਟਰ ਵੀ ਹੁਣ ਕੰਮ ਨਿਬੇੜੋ ਨਿਬੇੜਿਓ। ਜੇ ਕਿਰਪਾ ਕੀਤੀ ਮਹਾਰਾਜ ਨੇ, ਸ਼ਾਇਦ ਅਸੀਂ ਉਹ ਪਲਾਸਟਰ ਦਾ ਕੰਮ ਵੀ ਨਿਬੇੜ ਦੇਣਾ ਸੀ। ਯਾਨੀ ਕਿ ਜਿਹੜੇ NRI ਭਰਾ ਇਸ ਪਿੰਡ ਦੇ ਆ, ਉਹ ਇਸ ਚੀਜ਼ ਦੀ ਜਿਹੜੀ ਸ਼ਲਾਘਾਯੋਗ ਕੰਮ ਚੱਕਿਆ ਆ। ਤੁਸੀਂ ਉਹਨਾਂ ਦੇ ਪਿੰਡ ਵਾਸੀ ਧੰਨਵਾਦ ਕਰਦੇ ਹੋ ਜਾਂ ਅੱਗੇ ਵਾਸਤੇ ਵੀ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਹੋ ਕਿ ਸਾਡੇ ਬਾਕੀ ਦੇ ਕੰਮਾਂ ਵਿੱਚ ਸਾਡਾ ਸਹਿਯੋਗ ਦੇਣ ਤਾਂ ਕਿ ਪਿੰਡ ਤਰੱਕੀ ਦੀ ਰਾਹ ਜਾਵੇ? ਮੈਂ ਕਿਹਾ ਜੀ ਧੰਨਵਾਦ, ਥੋੜਾ ਜਿਹਾ ਧੰਨਵਾਦ, ਕੋਟ ਧੰਨਵਾਦ ਕਰਦੇ ਉਹਨਾਂ ਦਾ, ਕੋਟ ਧੰਨਵਾਦ ਕਰਦੇ ਉਹਨਾਂ ਦਾ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ। ਹਾਂ, ਕੰਮ ਸ਼ੁਰੂ ਹੋਇਆ, ਉਹਨਾਂ ਨੂੰ ਪੈਸੇ ਲੱਗਦੇ ਨਜ਼ਰ ਆਏ। ਉਹਨਾਂ ਨੂੰ ਜਦੋਂ ਪੈਸੇ ਲੱਗਦੇ ਨਜ਼ਰ ਆਏ, ਉਹਨਾਂ ਨੇ ਫਿਰ ਨੇਰੀਆਂ ਲਿਆਤੀਆਂ। ਪਿੰਡ ਵਾਸੀਆਂ ਦਾ ਵੀ ਕਾਫੀ ਯੋਗਦਾਨ ਆ, ਜਿਨ੍ਹਾਂ ਨੇ ਉਹਨਾਂ ਦੀਆਂ ਆਸਾਂ ਜਿਹੜੀਆਂ ਪੂਰੀਆਂ ਕੀਤੀਆਂ, ਪ੍ਰੋਪਰ ਪੈਸਾ ਭੇਜਿਆ, ਪ੍ਰੋਪਰ ਜਗ੍ਹਾ ਤੇ ਲਾਇਆ, ਤਾਂ ਹੀ ਉਹ ਹੋਰ ਤੁਹਾਡੀ ਸਹਾਇਤਾ ਕਰ। ਮੈਂ ਕਿਹਾ ਜੀ ਅਸੀਂ 5-6 ਬੰਦੇ ਆ ਜਿਨ੍ਹਾਂ ਨੇ ਇਕੱਠੇ ਹੋ ਕੇ ਸਾਰਾ ਕੰਮ ਦੇਖਿਆ। ਮੇਰੇ ਆਪਣੇ ਕੰਮ ਆ, ਕਿਸੇ ਬੰਦੇ ਦੇ ਹੋਰ ਆਪਣੇ ਕੰਮ ਆ, ਆਪਣੇ ਕੰਮ ਵੀ ਅਸੀਂ ਕਰਦੇ ਆ। ਲੇਕਿਨ ਆਪਣੇ ਕੰਮਾਂ ਤੋਂ ਵਿਹਲੇ ਹੋ ਕੇ ਜੇ ਮੈਂ ਨਹੀਂ ਹੁੰਦਾ ਤਾਂ
ਤਨੇਕ ਭਾਜੀ ਆ ਉਹ ਹੁੰਦਾ, ਸਰਵਣ ਸਿੰਘ ਆ ਉਹ ਹੁੰਦਾ ਆ, ਸਰਦਾਰ ਮਹਿੰਦਰ ਸਿੰਘ ਹੁਣੀ ਆ ਉਹ ਹੁੰਦੇ ਆ, ਸਾਰੇ ਬੰਦੇ, ਭਜਨ ਸਿੰਘ ਭਲਵਾਨ ਹੁਣੀ ਹੁੰਦੇ, ਸਾਰੇ ਹੁੰਦੇ ਇੱਥੇ, ਸਾਰੇ ਬੰਦੇ ਦੇਖਦੇ। ਜੇ ਮੈਂ ਨਹੀਂ ਵੀ ਹੁੰਦਾ ਨਾ ਤਾਂ ਕੋਈ ਸਾਰੇ ਦੇਖਦੇ ਆ ਕਿ ਉਹ ਨਹੀਂ ਹੋਇਆ ਮੈਂ ਹੋਇਆ, ਮੈਂ ਨਹੀਂ ਹੋਇਆ ਮੈਂ ਹੋਇਆ, ਸਾਰੇ ਹੀ ਰਲ ਕੇ ਸਾਰਾ ਕੰਮ ਕਰਦੇ ਆ। ਕੋਈ ਲਾਸਟ ਵਿੱਚ ਤੁਸੀਂ ਬੇਨਤੀ ਜਾਂ ਕੋਈ ਗੁਹਾਰ ਲਾਉਣਾ ਚਾਹੋਗੇ ਇਹਨਾਂ ਵੀਰਾਂ ਨੂੰ ਜਾਂ ਸਰਕਾਰ ਨੂੰ? ਨਹੀਂ, ਮੈਂ ਪਹਿਲਾਂ ਤਾਂ ਧੰਨਵਾਦ ਹੀ ਕਰਨਾ ਚਾਹੂੰਗਾ ਜੀ। ਜੇ ਆਪਾਂ ਬਹੁਤ ਗੁਹਾਰ ਲਾਵਾਂਗੇ ਤਾਂ ਫੇਰ ਅਗਲੇ ਕਹਿਣਗੇ ਵੀ ਅਜੇ ਸਰਕਾਰ ਨੂੰ ਤੁਸੀਂ ਗੁਹਾਰ ਲਾਉਣਾ ਚਾਹੋਗੇ? ਸਰਕਾਰਾਂ ਦੇ ਕੰਮ ਦਾ ਤੁਹਾਨੂੰ ਪਤਾ ਹੀ ਆ ਜੀ, ਸਰਕਾਰ ਤਾਂ ਇਹ ਆਪਣਾ ਭਾਰ ਆਪ ਹੀ ਚੱਕਣਾ ਪੈਣਾ ਤਾਂ ਉਹਦੇ ਤੁਸੀਂ ਫੇਰ ਹੀ ਆਪਣੇ ਪੈਰਾਂ 'ਤੇ ਖੜੇ ਹੋਵਾਂਗੇ। ਜੇ ਅਸੀਂ ਸਰਕਾਰ ਵੱਲ ਦੇਖਦੇ ਰਹਾਂਗੇ, ਸਰਕਾਰ ਕਹੂਗੀ ਤੁਸੀਂ ਆਪਣੇ ਆਪ ਨਹੀਂ ਖੜੇ ਹੋ ਸਕਦੇ, ਤਾਂ ਅਸੀਂ ਤੁਹਾਨੂੰ ਖੜੇ ਕਿੱਥੋਂ ਕਰ ਦਿਆਂਗੇ। ਅਸਲ ਵਿੱਚ ਪਹਿਲਾਂ ਸਾਨੂੰ ਆਪਣੇ ਜਿਹੜੇ ਹੋਰ ਨਿੱਜੀ ਕੰਮ ਆ ਉਹ ਰੋਕ ਕੇ, ਆਪਣੇ ਨਿੱਜੀ ਖਰਚੇ ਰੋਕ ਕੇ ਕੁਛ ਨਾ ਕੁਛ 10-20 ਰੁਪਏ ਕੱਢ ਕੇ ਕਿਸੇ ਪਿੰਡ 'ਤੇ ਲਾਵਾਂਗੇ, ਫਿਰ ਸਾਨੂੰ ਅਗਲਾ ਪਿੰਡ ਵੀ ਦੇਖੂਗਾ ਕਿ ਉਹਨਾਂ ਨੇ ਆਪਣੇ ਖਰਚੇ ਘਟਾ ਕੇ ਆਪਣਾ ਲਾਇਆ ਹੈ। ਤੇ ਕੰਮਾਂ ਦਾ ਇਦਾਂ ਹੀ ਚੱਲਣਾ ਇਹੋ। ਜੇ ਤੁਸੀਂ ਕਹੋ ਨਾ ਕਿ ਮੈਂ ਜ਼ਿੰਦਗੀ ਵੀ ਬਹੁਤ ਵਧੀਆ ਜੀਵਾਂ, ਉੱਥੇ ਵੀ ਰਵਾਂ ਉਹ ਵੀ ਰਵਾਂ, ਉਹ ਨਹੀਂ ਹੋਣਾ। ਕੁਛ ਨਾ ਕੁਛ ਬਚਾ ਕੇ ਬੱਚਤ ਕਰਕੇ ਫਿਰ ਹੀ ਕੁਛ ਨਾ ਕੁਛ ਬਣਨਾ। ਬਾਹਰਲੇ ਐਨਆਰ ਵੀਰ ਆ ਉਹ ਵੀ ਆਸ ਰੱਖਦੇ ਆ ਕਿ ਅਸੀਂ ਜਿਸ ਕੰਮ ਲਈ ਪੈਸੇ ਭੇਜੇ ਆ, ਅਗਰ ਉਹ ਬਾਹਰੋਂ ਆਉਣ, ਉਹ ਪ੍ਰੋਪਰ ਜਗ੍ਹਾ 'ਤੇ ਲੱਗੇ ਤਾਂ ਉਹਨਾਂ ਦਾ ਮਨ ਵੀ ਖੁਸ਼ ਹੁੰਦਾ ਹੈ। ਮੈਂ ਕਿਹਾ ਜੀ ਤਾਂ ਹੀ ਉਹਨਾਂ ਨੇ ਘੱਲੇ ਆ। ਜੇ 1 ਲੱਖ ਰੁਪਏ ਨਾਲ ਤਾਂ ਕੰਮ ਨਹੀਂ ਸੀ ਇਹ ਹੁਣ 6 ਲੱਖ ਰੁਪਈਆ ਲਗਭਗ ਸਾਡਾ ਖਰਚਾ ਆ ਗਿਆ। ਜੇ ਉਹਨਾਂ ਨੇ ਲੱਗਦੇ ਦੇਖੇ ਵੀ ਕੰਮ ਸ਼ੁਰੂ ਹੋ ਗਿਆ, ਪੈਸੇ ਲੱਗਣੇ ਸ਼ੁਰੂ ਹੋ ਗਏ ਆ, ਫਿਰ ਉਹਨਾਂ ਨੇ ਇੱਕ ਪਿੰਡ 'ਚ ਪੁੱਛਦੇ ਆ, ਰੋਜ਼ ਫੋਨ ਆਉਂਦੇ NRI ਦੇ ਹਰੇਕ ਹੁਣ ਘਰਦਿਆਂ ਨੂੰ ਫੋਨ ਵੀ ਆਉਂਦੇ ਆ, ਬਾਹਰਲਿਆਂ ਨੂੰ ਸਾਰਿਆਂ ਨੂੰ ਫੋਨ ਆਉਂਦੇ ਆ। NRI ਦੇ ਫੋਨ ਇੰਨੇ ਆ, ਸਾਰੇ ਇੱਕ ਬੰਦੇ ਦੇ ਜੇਬ 'ਚ ਫੋਨ ਆ, ਪੁੱਛਦਾ ਕੀ ਹੋ ਰਿਹਾ, ਕੀ ਕਰ ਰਿਹਾ, ਤੂੰ ਕਿੱਥੇ ਜਾ ਰਿਹਾ, ਸਾਰੇ ਕੁਝ ਖਬਰ, ਇੱਕ ਮਿੰਟ ਦੀ ਖਬਰ। ਸਾਨੂੰ ਪਿੰਡ 'ਚ ਖਬਰ ਨਹੀਂ ਹੁੰਦੀ, ਸਾਡੀ ਰਾਤ ਦੀ ਖਬਰ ਪਹਿਲਾਂ ਕੈਨੇਡਾ ਅਮਰੀਕਾ 'ਚ ਗਈ ਹੁੰਦੀ ਆ, ਸਾਨੂੰ ਉੱਥੋਂ ਸਵੇਰੇ ਪਤਾ ਲੱਗਦਾ ਕਿ ਤੂੰ ਫਲਾਨਾ ਇੱਦਾਂ ਹੋ ਗਿਆ, ਫਲਾਨਾ ਕੀ ਕਰ ਰਿਹਾ, ਫਲਾਨੇ ਖੇਤ 'ਚ ਕੀ ਬੀਜਦਾ, ਇਹ ਪਤਾ ਸਾਨੂੰ ਲੱਗਦਾ ਉੱਥੋਂ ਆ ਕੇ। ਅਸੀਂ ਤਾਂ ਰਾਤ ਨੂੰ ਸੌ ਜਾਂਦੇ ਆ, ਉੱਥੇ ਦਿਨ ਚੜ੍ਹਿਆ ਹੁੰਦਾ, ਉਹ ਰਾਤ ਨੂੰ ਸਾਰੀ ਖਬਰ ਇੱਥੋਂ ਲੈ ਲੈਂਦੇ ਆ। ਜਦੋਂ ਉਹਨਾਂ ਨੂੰ ਖਬਰ ਮਿਲੀ ਪਿਆ ਕੁਛ ਆ ਰਿਹਾ, ਵਧੀਆ ਬਣ ਰਿਹਾ, ਮੈਨੂੰ ਤਾਂ ਹੁਣ ਹੋਰ ਵੀ ਆਸ ਆ, ਕੋਈ ਹੋਰ ਵੀ ਕਹਿ ਰਹੇ ਆ ਕਿ ਅਸੀਂ ਉਹ 2-3 ਪਿੰਡ ਦੇ ਕੰਮ ਕਰਨ ਵਾਲੇ ਆ ਜਿਮ ਦਾ ਕੰਮ ਆ, ਉਹ ਕਮਰਾ ਕੁਮਰਾ ਬਣ ਗਿਆ, ਸਾਰਾ ਕੁਝ ਹੋ ਗਿਆ, ਕੋਈ ਸਮਾਨ ਉੱਥੇ ਪਾਉਣਾ ਉਹ ਵੀ ਕਰੋ, 4 ਦੀਵਾਰੀ ਕਰੋ, ਸਾਰਾ ਕੁਝ ਕੰਮ ਮਹਾਰਾਜ ਕਿਰਪਾ ਕਰੇ ਕੰਮ ਚੱਲ ਪਿਆ ਹੁਣ। ਇੱਕ ਅਸੀਂ ਨਾ ਮਤਲਬ ਸਾਡੇ NRI ਭਰਾਵਾਂ ਨੂੰ ਇੱਕ ਬੇਨਤੀ ਵੀ ਕਰਨਾ ਚਾਹੁੰਦੇ ਆ। ਚਲੋ ਗੱਲ ਇਹ ਆ ਵੀ ਸਾਡੇ ਇੱਕ ਬੜੀ ਪ੍ਰੋਬਲਮ ਹੈ, ਜਿੱਦਾਂ ਹੁਣ ਦੇਖੋ ਹਰ ਪਰਿਵਾਰ ਦੇ ਹਰ ਕੋਈ ਨਾ ਕੋਈ ਜੀ ਬਾਹਰ ਆ, ਤੇ ਜਦੋਂ ਮਤਲਬ ਕੋਈ ਡੈਥ ਹੁੰਦੀ ਆ ਤਾਂ ਉਹ ਕਹਿੰਦੇ ਬੋਡੀ ਰੱਖ ਲਓ ਤੁਸੀਂ ਵੀ ਅਸੀਂ ਆਉਣਾ ਆ, ਆਉਣ ਨੂੰ 2-3 ਦਾ ਸਮਾਂ ਲੱਗ ਜਾਂਦਾ। ਤੇ ਅਸੀਂ ਇੱਕ ਮਸ਼ੀਨ ਜਿਹੜੀ ਆਉਂਦੀ ਆ ਅੱਜ ਕੱਲ੍ਹ ਉਹ ਸਸਤੀ ਆ, 60-70 ਹਜ਼ਾਰ ਰੁਪਏ ਦਾ ਖਰਚਾ ਉਹਦਾ। ਅਸੀਂ ਵੀ ਕਵਾਂਗੇ ਵੀ ਇੱਥੇ ਜਦੋਂ ਲਾਈਟ ਲੱਗਦੀ ਆ ਨਾ, ਇੱਕ ਇੱਥੇ ਕਮਰਾ ਤਿਆਰ ਕਰਕੇ ਅਸੀਂ ਆਪਣੇ ਪਿੰਡ ਵਾਸਤੇ, ਚਲੋ ਜੇ ਕੋਈ ਲਾਗੇ ਪਿੰਡ ਦਾ ਵੀ ਕੋਈ ਬੰਦਾ ਹੋਵੇ ਤਾਂ ਸਾਨੂੰ ਇਤਰਾਜ਼ ਵੀ ਕੋਈ ਨਹੀਂ, ਵੀ ਅਸੀਂ ਉਹ ਪ੍ਰਬੰਧ ਜ਼ਰੂਰ ਕਰਨਾ ਚਾਹਾਂਗੇ ਇੱਥੇ, ਵੀ ਜਿਹੜੀ ਸਾਨੂੰ ਖੇਚਲ ਆ ਵੀ ਅਸੀਂ ਡੈੱਡ ਬੋਡੀ ਕਦੀ ਖੁਰਦਪੁਰ ਲੈ ਕੇ ਜਾਓ, ਕਦੀ ਕਿਤੇ ਜਗ੍ਹਾ ਮਿਲਦੀ ਨਹੀਂ ਮਿਲਦੀ, ਦੂਰ ਜਾਣਾ ਪੈਂਦਾ, ਵੀ ਉਸ ਖੱਜਲ ਖੁਆਰੀ ਤੋਂ ਬਚਾ ਸਕੀਏ। ਇਹ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਜੇ ਸਾਡੇ ਨਾਲ ਹੋਰ ਥੋੜ੍ਹਾ ਸਹਿਯੋਗ ਕਰਨਗੇ ਤਾਂ ਅਸੀਂ ਇਸ ਕੰਮ ਨੂੰ ਜ਼ਰੂਰ ਸਿਰੇ ਚੜਾਉਣਾ ਚਾਹਾਂਗੇ। ਠੀਕ ਹੈ। ਇਸ ਪਿੰਡ ਦੇ ਸੁਖਵਾਲ ਪਿੰਡ ਦੇ NR ਵੀਰ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਵੱਧ ਤੋਂ ਵੱਧ ਯੋਗਦਾਨ ਦੇ ਕੇ ਇਸ ਪਿੰਡ ਦੀ ਨੁਹਾਰ ਬਦਲਣ 'ਚ ਆਪਣੀ ਯੋਗਦਾਨ ਪਾਇਆ। ਅਸੀਂ ਪੰਚਾਇਤਨਾਮਾ ਵੈਬ TV ਵੱਲੋਂ ਵੀ ਉਹਨਾਂ ਦਾ ਕੋਟੀ ਧੰਨਵਾਦ ਕਰਦੇ ਹਾਂ। ਸਰਪੰਚ ਸਾਹਿਬ, ਜਿਹੜੀ ਢੇਰ ਇੱਥੇ ਡਿੱਗਿਆ ਹੈ, ਇਹ ਪ੍ਰੋਪਰ ਢੇਰਾਂ ਦੀ ਜਗ੍ਹਾ ਹੈ? ਨਹੀਂ ਜੀ, ਇਹ ਢੇਰਾਂ ਦੀ ਜਗ੍ਹਾ ਨਹੀਂ, ਇਹ ਕਿਸੇ ਦੀ ਮਾਲਕੀ ਆ ਜੀ। ਇਹ ਕੀ ਕੰਡੀਸ਼ਨ ਇੰਨੀ ਕਿਉਂ ਮਾੜੀ ਕਿਉਂ ਹੈ? ਕਿਉਂ ਪ੍ਰੋਪਰ ਢੇਰ ਨਹੀਂ ਇੱਥੇ, ਪ੍ਰੋਪਰ ਜਿਹੜਾ ਜਗ੍ਹਾ ਉੱਥੇ ਕਿਉਂ ਨਹੀਂ ਸਿੱਟ ਪਾਉਂਦੇ? ਕਿਉਂ ਇਹ ਢੇਰ ਸਿੱਟਿਆ ਹੈ ਇੱਥੇ ਜੀ? ਅਸੀਂ ਅੱਗੇ 2 ਵਾਰ ਚੁਕਾ ਵੀ ਚੁੱਕੇ ਹਾਂ, ਤੇ ਇਹ ਤਾਂ ਹੁਣ ਜਿਹੜਾ ਮਾਲਕ ਆ ਉਹ ਸਖਤੀ ਕਰੇ ਜੀ, ਮੇਰੀ ਜਗ੍ਹਾ ਤੇ ਇੱਥੇ ਨਾ ਸਿੱਟੋ, ਢੇਰਾਂ ਦੀ ਜਗ੍ਹਾ ਤੇ ਸਿੱਟੋ। ਅਸੀਂ ਤਾਂ ਨਗਰ ਨਿਵਾਸੀਆਂ ਨੂੰ ਇਹ ਬੇਨਤੀ ਕਰਾਂਗੇ ਵੀ ਜਿੱਥੇ ਜਗ੍ਹਾ ਸਰਕਾਰ ਨੇ ਸਾਨੂੰ ਅਲਾਟ ਕੀਤੀ ਹੈ ਢੇਰਾਂ ਦੀ, ਉੱਥੇ ਸਿੱਟੋ, ਇੱਦਾਂ ਆਮ ਜਗ੍ਹਾ ਤੇ ਗੰਦ ਨਾ ਪਾਓ ਜੀ। ਅਸੀਂ ਤਾਂ ਇਹ ਬੇਨਤੀ ਕਰਦੇ। ਕੋਈ ਪ੍ਰੋਪਰ ਜਗ੍ਹਾ ਹੈਗੀ ਢੇਰਾਂ ਵਾਸਤੇ ਇਹਨਾਂ ਨੂੰ? ਹੈਗੀ ਆ ਜੀ, ਉਹ ਜਿਹੜੀ ਅਸੀਂ ਤੁਹਾਨੂੰ ਦਿਖਾਲਦੇ ਉੱਧਰ ਵੀ ਹੈਗੀ ਆ ਜੀ, ਉਹ ਹੋਰ ਵੀ ਢੇਰਾਂ ਦੀ ਜਗ੍ਹਾ, ਹੋਰ ਇੱਧਰ ਤਾਂ ਇੱਥੇ ਤਾਂ ਨਹੀਂ ਕਿਸੇ, ਉਹੋ ਹੀ ਆ ਜੀ ਜਗ੍ਹਾ ਜਿਹੜੀ ਸਾਡੇ ਉੱਤੇ ਆ। ਇਹ ਹੈ ਜੀ ਸ਼ਮਸ਼ਾਨ ਘਾਟ ਨੰਬਰ 3, ਸੰਘਵਾਲ ਦਾ 3 ਨੰਬਰ ਸ਼ਮਸ਼ਾਨ ਘਾਟ। ਜਾਣਦੇ ਆ ਸਰਪੰਚ ਸਾਹਿਬ ਕੋ ਕਿ ਇਸ ਜਿਹੜਾ ਸ਼ਮਸ਼ਾਨ ਘਾਟ ਆ, ਇਹਦੀ ਕੀ ਲੋੜ ਪਈ ਹੈ ਕਿ ਇੱਕ ਪਿੰਡ ਵਿੱਚ 3 ਸ਼ਮਸ਼ਾਨ ਘਾਟ ਆ? ਉਹਦਾ ਕੀ ਕਾਰਨ ਆ? ਕੀ ਰਿਕੁਆਇਰਮੈਂਟ ਆ ਜਾਂ ਕੋਈ ਹੋਰ ਕਾਰਨ ਆ? ਸ਼ਮਸ਼ਾਨ ਘਾਟ ਬਾਰੇ ਪੁੱਛਦੇ ਆ ਸਰਪੰਚ ਸਾਹਿਬ। ਜਿੱਥੇ ਆਪਾਂ ਖੜੇ ਆ ਜੀ, ਇਹ SC ਸ਼ਮਸ਼ਾਨ ਘਾਟ ਹੈ ਜੀ। ਇਹ ਪਹਿਲਾਂ ਤੋਂ ਇਦਾਂ ਤੁਰੀਆਂ ਹੁੰਦੀਆਂ ਜੀ ਸਾਡੇ ਪਿੰਡ, ਪਹਿਲਾਂ ਤੋਂ ਇਦਾਂ 3 ਸ਼ਮਸ਼ਾਨ ਘਾਟਾਂ ਆ ਰਹੀਆਂ, 3 ਦੀਆਂ ਵੀ ਇੱਥੇ 4 ਆ ਜੀ, ਇੱਕ ਹੋਰ ਵੀ ਹੈਗੀ ਆ ਮੁਸਲਮਾਨ ਦੀ ਕਬਰਸਤਾਨ ਵੀ ਹੈਗਾ। ਚਲੋ ਉਹ ਤਾਂ ਚੱਲਦੂ ਨਹੀਂ, ਕਿਉਂਕਿ ਸਾਡੇ ਪਿੰਡ ਕੋਈ ਪਰਿਵਾਰ ਨਹੀਂ ਹੈਗਾ ਮੁਸਲਮਾਨ ਜੀ, ਉਹ ਤਾਂ ਬੰਦੀ ਆ। ਇਹ 3 ਤਾਂ ਜਿਹੜੇ ਚੱਲਦੇ ਆ ਜੀ, ਇਹ ਵੀ SC ਸ਼ਮਸ਼ਾਨ ਘਾਟ ਆ ਜੀ। ਕਿੰਨੇ ਚਿਰ ਚੱਲ ਰਹੇ 3 ਸ਼ਮਸ਼ਾਨ ਘਾਟ ਜੀ? ਇਹ ਸਾਡੀ ਸੁਰਤ ਤੋਂ ਪਹਿਲਾਂ ਦਾ ਹੀ ਆ, ਜਦੋਂ ਦੀ ਇਹ ਮਰੱਬੇਬੰਦੀ ਹੋਈ ਉਦੋਂ ਦੇ ਛੱਡ ਹੋਇਆ ਜੀ, 50 ਕਦੀ 52 ਕਦੀ ਜੀ। ਇਸ ਟਾਈਮ ਤੱਕ ਜਨਰੇਸ਼ਨ ਕਾਫੀ ਪੜ੍ਹੀ ਲਿਖੀ ਆ, ਕਾਫੀ ਲੋਕ ਸੂਝਵਾਨ ਆ, ਫਿਰ ਵੀ ਇਹ 3 ਸ਼ਮਸ਼ਾਨ ਘਾਟ ਬਣਾਉਣ ਦੀ ਕੀ ਲੋੜ ਪਈ? ਇਹ ਅਸੀਂ ਇਹ ਪ੍ਰਪੋਜ਼ਲ ਰੱਖੀ ਸੀ ਜੀ 2 ਸਾਲ ਪਹਿਲਾਂ, ਵੀ ਅਸੀਂ ਆਪਾਂ ਇੱਕੋ ਹੀ ਕਰ ਲਈਏ। ਜਨਰਲ ਕੁਝ ਬੰਦਿਆਂ ਨੂੰ ਆਖਿਆ ਵੀ ਆਪਾਂ ਕਿਉਂ ਨਾ ਇੱਕੋ ਹੀ ਜਿਹੜੀ ਆ ਸ਼ਮਸ਼ਾਨ ਘਾਟ ਵਰਤੀਏ, ਬਾਕੀ ਜਿਹੜੀਆਂ ਹੋਰ ਪ੍ਰੋਪਰ ਕਿਸੇ ਕੰਮ ਲਈ ਵਰਤਾਂਗੇ। ਪਰ ਉਹ ਹੰਗਾਰਾ ਨਹੀਂ ਮਿਲਿਆ ਜੀ, ਕਈ ਪਰਿਵਾਰ ਨਹੀਂ ਮੰਨੇ ਜੀ। ਅਸੀਂ ਸਾਡੇ ਦਾ ਬਜ਼ੁਰਗ, ਅਸੀਂ ਇੱਥੇ ਫੂਕੇ, ਅਸੀਂ ਤਾਂ ਇੱਦਾਂ ਹੀ ਚਾਲੂ ਰੱਖਣੀਆਂ ਆਪੋ ਆਪਣੀਆਂ,
ਇਹ ਸਿਰੇ ਨਹੀਂ ਸਾਡਾ ਕੰਮ ਚੱਲ ਰਿਹਾ ਯਾਨੀ ਇਸ ਚੀਜ਼ ਨੂੰ ਕਰਨ ਵਿੱਚ ਸਾਡੀ ਜਿਹੜੀ ਪੰਚਾਇਤ ਆ ਉਹ ਕੋਸ਼ਿਸ਼ ਕੀਤੀ ਸੀ, ਪਰ ਉਹ ਪ੍ਰੋਪਰ ਜਿਹੜਾ ਤੁਹਾਡਾ ਤੁਸੀਂ ਆਪਣਾ ਮਨਸੂਬਾ ਬੰਨਿਆ ਸੀਗਾ ਉਹ ਪ੍ਰੋਪਰ ਸਿਰੇ ਨਹੀਂ ਚੜ ਸਕਿਆ। ਸਿਰੇ ਨਹੀਂ ਚੜ ਸਕਿਆ ਜੀ। ਹੂੰ। ਹੁਣ ਅਸੀਂ ਤਾਂ ਇਹਨੂੰ ਸਾਫ਼ ਸਫਾਈ ਕਰਾਈ ਆ ਜੀ। ਹੂੰ। ਇੱਥੇ ਆਹ ਬੂਟੇ ਲਵਾਇਆ, ਇਹਦੀ ਚਾਰਦੀਵਾਰੀ ਕਰ ਦਿੱਤੀ ਜੀ। ਹੂੰ। ਹੋਰ ਜਿੰਨੀ ਕੁ ਜਗ੍ਹਾ ਬਚਦੀ ਸੀ ਉੱਥੇ 5-10 ਬੂਟੇ ਲਾਤੇ ਆ ਜੀ। ਇਹ ਸ਼ਮਸ਼ਾਨ ਘਾਟ ਦਾ ਰਕਬਾ ਕਿੰਨਾ ਜੀ? ਇਹ ਸ਼ਮਸ਼ਾਨ ਘਾਟ ਦਾ ਤਾਂ ਕਨਾਲ ਦਾ ਰਕਬਾ ਜੀ। ਹੂੰ। ਹਾਂਜੀ ਇੱਕ ਨਾਲ ਜੀ। ਸਰਪੰਚ ਸਾਹਿਬ ਜਿਹੜਾ ਵਾਰਡ ਆ ਕਿੰਨਾ ਨੰਬਰ ਵਾਰਡ ਆ? 5 ਨੰਬਰ ਵਾਰਡ ਦੇ ਵਿੱਚ ਜਿਹੜੀ ਕੰਡੀਸ਼ਨ ਆ ਇੰਨੀ ਮਾੜੀ ਕਿਉਂ ਹੈ ਨਾਲੀ ਦੀ? ਕੀ ਗੱਲ, ਕੀ ਪ੍ਰੋਬਲਮ ਉਹਦੀ? ਇਹ ਦੇਖੋ ਜੀ, ਜਿੱਥੇ ਆਪਾਂ ਖੜੇ ਆ ਨਾ, ਹਾਂਜੀ। ਇਹ ਜਗ੍ਹਾ ਕਾਫੀ, ਇਹ ਰਸਤਾ ਬਹੁਤ ਨੀਵਾਂ ਸੀ। ਹੂੰ। ਤੇ ਜੋ ਆ ਪੋਜੀਸ਼ਨ ਆ ਉਹੋ ਹੀ ਇਸ ਰਸਤੇ ਦੀ ਸੀ। ਹੂੰ। ਤੇ ਅਸੀਂ ਇਸ ਰਸਤੇ ਨੂੰ ਇੰਟਰਲੌਕ ਕਰ ਦਿੱਤਾ ਜੀ। ਹੂੰ। ਬਾਕੀ ਆ ਜਿਹੜੀ ਹੈਗੀ ਆ ਜੀ, ਇਹ ਕਿਸੇ ਦੀ ਮਾਲਕੀ ਆ ਜੀ, ਲੋਕੀ ਇੱਥੇ ਗੰਦ ਸਿੱਟ ਜਾਂਦੇ, ਬਾਕੀ ਹੋਰ ਠੀਕ ਹੈ ਜੀ। ਬਾਕੀ ਨਹੀਂ, ਪ੍ਰੋਪਰ ਜਿਹੜੀ ਮਾਲਕੀ ਤਾਂ ਹੈਗੀ, ਜਿਹੜੀ ਪ੍ਰੋਪਰਲੀ ਪਰਲੇ ਪਾਸੇ ਬਣਦੀ ਆ ਉਹ ਕਿਉਂ ਨਹੀਂ ਬਣਾਈ? ਇਹ ਨਾਲੀ ਆ ਜੀ ਸਾਡੀ, ਇੱਥੇ ਨਾਲੀ 'ਚ ਫਿਰ ਪਾਣੀ ਖੜਾ ਰਹਿੰਦਾ ਜੀ। ਪਾਣੀ ਦੀ ਘੱਟ ਆ ਜੀ, ਮਤਲਬ ਇੱਥੇ ਨਿਕਾਸ ਘੱਟ ਆ। ਨਾਲੀਆਂ ਜਿਹੜੀਆਂ ਉਹ ਡੂੰਘੀਆਂ ਆ ਤੇ ਮੋਰੇ ਸਾਫ ਸਫਾਈ ਦੀ ਵੀ ਲੋੜ ਹੋ ਸਕਦਾ ਹੋਵੇ। ਤੇ ਢਾਲ ਘੱਟ ਆ ਜੀ ਇੱਥੇ। ਸਰ ਕੀ ਨਾਮ ਆਪਣਾ ਜੀ? ਰਣਜੀਤ ਸਿੰਘ ਜੀ। ਰਣਜੀਤ ਸਿੰਘ ਜੀ, ਕਿੱਦਾਂ ਦਾ ਕੰਮ ਕਰਦੀ ਪੰਚਾਇਤ? ਬਹੁਤ ਵਧੀਆ ਕਰ ਰਿਹਾ ਜੀ, ਜਿੰਨਾ ਚਿਰ ਵੀ ਕੀਤਾ, ਜੇ ਤੱਕ ਫਿਲਹਾਲ ਵਧੀਆ ਕੀਤਾ ਜੀ। ਹਾਂਜੀ ਹਾਂਜੀ ਠੀਕ ਹੈ। ਹਾਂਜੀ, ਬਾਕੀ ਕੋਈ ਕੰਮ ਤੁਹਾਡਾ ਰਹਿਣ ਵਾਲਾ ਕੋਈ ਰਹਿੰਦਾ ਹੋਵੇ? ਉਹਨੇ ਕੋਈ ਨਹੀਂ ਜੀ ਰਹਿੰਦਾ, ਸਾਡੇ ਵੱਲ ਤਾਂ ਪੂਰਾ ਕੰਪਲੀਟ ਹੀ ਆ। ਬਾਕੀ ਸਰਪੰਚ ਸਾਹਿਬ ਆ, ਇਹਨਾਂ ਨੂੰ ਪੁੱਛ ਲਓ ਵੀ ਕਰੀ ਜਾਂਦੇ ਵਧੀਆ ਕੰਮ। ਤੇ ਆ ਕੀ ਕਾਰਨ ਆ ਕਿ ਜਿਹੜਾ ਪਾਣੀ ਜਿਹੜਾ ਨਾਲੀ ਦੇ ਪਰਲੇ ਪਾਸੇ ਜਾ ਰਿਹਾ ਉਹਦਾ ਕੀ ਕਾਰਨ ਆ? ਇਹ ਕਿਸੇ ਦਾ ਥਾਂ ਹੈ ਜਿੱਦਾਂ ਇਹ, ਉਹਦੇ ਕਰਕੇ ਉਹ ਨਾਲੀ ਜਿੱਦਾਂ ਗਿੱਲਿਆ ਰਹਿੰਦਾ ਆ ਜਾਂ ਕੁਝ ਵੀ ਆ, ਇਹਨੂੰ ਥੋੜਾ ਸੁਕਾ ਕੇ ਚਲੋ ਹੋ ਸਕਦਾ ਕੰਮ। ਤੇ ਚਲੋ ਕਰ ਲੈਣ ਤਾਂ ਉਹ ਕਰਦੇ ਆ ਇਹਨਾਂ ਨੂੰ ਰਿਕੁਐਸਟ। ਪੰਚਾਇਤ ਨੂੰ ਕੋਈ ਰਿਕੁਐਸਟ ਤੁਹਾਡੀ? ਹਾਂਜੀ, ਇਹੀ ਆ ਜੀ, ਬਸ ਵਧੀਆ ਕੰਮ ਕਰਦੇ ਰਹਿਣ। ਹਾਂਜੀ ਸਰ, ਇਹ ਜਿਹੜਾ ਨਾਲੀ ਦਾ ਪਾਣੀ ਪਰਲੀ ਸਾਈਡ ਤੇ ਪੈ ਰਿਹਾ ਹੈ, ਕਿੰਨੇ ਚਿਰ 'ਚ ਤੁਸੀਂ ਇਹਨੂੰ ਸੋਲਵ ਕਰੋਗੇ? ਇਹ ਛੇਤੀ ਕਰ ਦੇਣਾ ਜੀ। ਅਸੀਂ ਇੱਧਰਲੇ ਪਾਸੇ ਇੱਕ ਬੰਦ ਲਗਾ ਦੇਵਾਂਗੇ ਜੀ, ਜਿੱਥੇ ਸਾਡੀ ਹੱਦ ਆ, ਕਿੱਧਰ ਬੰਦ ਲੱਗਾ ਉਹ ਬੰਦ ਲਗਾ ਦੇਵਾਂਗੇ। ਬਾਕੀ ਨਾਲੀਆਂ ਕੋਸ਼ਿਸ਼ ਕਰ ਰਹੇ ਹਾਂ, ਸੀਵਰੇਜ ਸਾਨੂੰ ਸਰਕਾਰ ਪੈਸੇ ਦੇਵੇ, ਅਸੀਂ ਸੀਵਰੇਜ ਹੀ ਪਾ ਦਈਏ ਸਾਰੇ। ਕੀ ਨਾਮ ਹੈ ਇਸ ਜਿਹੜਾ ਪੰਚਾਇਤ ਮੈਂਬਰ ਜਿਹੜਾ ਜਿੱਤਿਆ 5 ਨੰਬਰ ਵਾਰਡ ਚੋਂ? ਗੁਰਦੀਪ ਕੌਰ ਉਹਦਾ ਨਾਂ ਜੀ, ਬੀਬੀ ਹੈ ਜੀ। ਜਨਰਲ ਵੀ ਸੀਟ ਹੈ ਜੀ ਇੱਥੇ ਬੀਬੀਆਂ ਦੀ। ਤੇ ਗੁਰਦੀਪ ਕੌਰ ਦੇ ਵਾਰਡ 'ਚ ਕਿੰਨੇ ਕੰਮ ਹੋ ਚੁੱਕੇ ਆ? ਆ ਸਾਰੀਆਂ ਜੀ ਤਕਰੀਬਨ ਜਿਹੜੇ ਰਸਤੇ ਉਹਨਾਂ ਵਿੱਚ ਅਸੀਂ ਇੰਟਰਲੌਕ ਲਾਤੇ ਜੀ। ਗੁਰਦੀਪ ਕੌਰ ਦੇ ਬਾੜ ਤੋਂ ਗੁਰਦੁਆਰੇ ਤੱਕ ਇਹਨਾਂ ਦਾ ਬਾੜ ਜਾ ਰਿਹਾ ਜੀ। ਕਿੰਨੀ ਇੰਟਰਲੌਕ ਲੱਗੀ ਹੋਗੀ ਇਸ ਵਾਰਡ 'ਚ? ਇਹ ਗਿਣਤੀ ਮੈਂ ਨਹੀਂ ਦੱਸ ਸਕਦਾ ਜੀ, ਕਾਫੀ ਲੱਗ ਗਈ ਹੈ। ਜਿੰਨਾ ਇਹਨਾਂ ਦੇ ਬਾੜ ਵਿੱਚ ਜਿੰਨਾ ਰਸਤਾ ਇਹ ਆਉਂਦਾ ਸਾਰਾ ਮੇਨ ਅਸੀਂ ਕੰਪਲੀਟ ਕਰ ਦਿੱਤਾ ਜੀ। ਕਿੰਨੇ % ਜਿਹੜੇ ਕੰਮ ਹੋ ਚੁੱਕੇ ਆ ਉਹ ਕਿੰਨੇ % ਰਹਿੰਦੇ ਆ ਇਸ ਜਗ੍ਹਾ ਦੇ ਵਿੱਚ ਜੀ? ਹਾਂਜੀ। ਇਹਦੇ ਵਿੱਚ ਨਾਲੀਆਂ ਬਣਨ ਵਾਲੀਆਂ ਰਹਿੰਦੀਆਂ, ਜਾਂ ਫਿਰ ਜੇ ਨਾਲੀਆਂ ਦਾ ਹੁਣ ਸਰਕਾਰ ਦੀ ਉੱਦਾਂ ਵੀ ਮਨਾਹੀ ਆ, ਉਹ ਕਹਿੰਦੇ ਸੀਵਰੇਜ ਪਾਓ। ਇਹ ਨਾਲੀਆਂ ਦੀ ਸੀਵਰੇਜ ਦੀ ਸਮੱਸਿਆ, ਬਾਕੀ ਰਸਤੇ ਜਿਹੜੇ ਉਹ ਅਸੀਂ ਠੀਕ ਕਰਾਤੇ ਆ ਜੀ, ਸਾਰੀ ਇੰਟਰਲੌਕ ਲਾਤੇ। ਜਿਹੜੀ ਨਾਲੀਆਂ ਦੀ ਸਮੱਸਿਆ ਕਿੰਨੇ ਚਿਰ ਸੋਲਵ ਹੋਏਗੀ? ਛੇਤੀ ਕਰ ਦਿੱਤੀ ਜਾਊਗੀ ਜੀ। ਥੋੜਾ ਜਿਹਾ ਇਹਨਾਂ ਦਾ ਕੰਮ ਰਹਿੰਦਾ ਵੀ ਆ ਸਾਡੇ ਇੰਟਰਲੌਕ ਲਾਉਣ ਵਾਲਾ, ਤੇ ਥੋੜੀ ਜਿਹੀ ਜਗ੍ਹਾ ਸਾਈਡ ਦੇ ਉੱਤੇ ਬੱਖੀ ਨੂੰ, ਤੇ ਉਹ ਵੀ ਅਸੀਂ ਛੇਤੀ ਕਰ ਰਹੇ ਹਾਂ। ਸਾਡੀ ਲੇਬਰ ਹੁਣ ਲੱਗ ਗਈ ਆ। ਇੱਕ ਸਾਡਾ ਉਧਰ SC ਮਹੱਲਾ ਸੀ, ਉਧਰ ਲੱਗੀ ਆ। ਉਸ ਤੋਂ ਬਾਅਦ ਇਹ ਜਿਹੜਾ ਇਹਨਾਂ ਦੀ ਕੋਈ ਰਹਿੰਦਾ ਹੋਊ ਨਾਲੀ ਰਸਤੇ ਦਾ ਕੰਮ, ਉਹ ਵੀ ਅਸੀਂ ਕੰਪਲੀਟ ਕਰ ਦੇਣਾ ਜੀ। ਸਰਪੰਚ ਸਾਹਿਬ ਜੀ, ਤੁਸੀਂ ਪਿੰਡ ਵਿੱਚ ਬੜਾ ਵਧੀਆ ਕੰਮ ਕੀਤਾ ਹੈ ਕਿ ਮੋੜ ਤੇ ਸ਼ੀਸ਼ੇ ਲਾਏ, ਇਹਨਾਂ ਨਾਲ ਐਕਸੀਡੈਂਟ ਘੱਟ ਹੁੰਦੇ ਆ। ਇਹ NRA ਵੀਰਾਂ ਦੇ ਸਹਿਯੋਗ ਨਾਲ ਲੱਗਿਆ ਜਾਂ ਸਰਕਾਰੀ ਗ੍ਰਾਂਟ ਨਾਲ? ਇਹ ਇੱਕੋ ਹੀ NRA ਵੀਰ ਨੇ ਸਾਡੇ ਜੀ ਇਹ ਸ਼ੀਸ਼ੇ ਲਾਏ ਆ। ਉਹ ਸੁਖਵੰਤ ਸਿੰਘ ਹੈ ਜੀ, ਤੇ ਅਮਰੀਕਾ ਵਿੱਚ ਰਹਿੰਦਾ। ਸੁਖਵੰਤ ਸਿੰਘ, ਉਹਦੇ ਡੈਡੀ ਨਾਲ ਹਰਭਜਨ ਸਿੰਘ ਹੈ ਜੀ। ਉਹਨੇ ਪਹਿਲਾਂ ਸਾਨੂੰ ਪੈਸੇ ਭੇਜੇ ਸੀ 5 ਸ਼ੀਸ਼ਿਆਂ ਦੇ। ਫਿਰ ਜਦੋਂ ਅਸੀਂ ਲਾਏ ਤਾਂ ਫਿਰ ਲੋਕਾਂ ਨੇ ਹੋਰ ਡਿਮਾਂਡ ਕੀਤੀ ਵੀ ਬਾਕੀ ਤੇ ਵੀ ਲਾਓ। ਫਿਰ ਉਹਨੂੰ ਅਸੀਂ ਰਿਕੁਐਸਟ ਕੀਤੀ, ਉਹ ਕਹਿੰਦਾ ਵੀ ਜਿੰਨੇ ਵੀ ਪਿੰਡ 'ਚ ਲੱਗਦੇ ਆ ਸਾਰੇ ਸ਼ੀਸ਼ੇ ਲਾ ਦਿਓ, ਤਾਂ ਉਹ ਪੈਸੇ ਸਾਰੇ ਉਹਦੇ ਹੀ ਆ ਜੀ। ਟੋਟਲ ਕਿੰਨੇ ਸ਼ੀਸ਼ੇ ਲੱਗੇ ਪਿੰਡ 'ਚ? ਇਹ ਕੋਈ 20 ਸ਼ੀਸ਼ੇ ਲੱਗੇ ਜੀ। ਠੀਕ ਹੈ, ਹਾਂਜੀ। ਸਾਰੇ ਇੱਕ NRA ਵੀਰ ਨੇ ਸੇਵਾ ਕੀਤੀ ਹੈ? ਇੱਕ ਨੇ ਕੀਤੀ ਹੈ ਜੀ। ਹਾਂਜੀ। ਸੰਘਵਾਲ ਪਿੰਡ ਇਤਿਹਾਸਕ ਵੀ ਹੈ ਔਰ ਕਾਫੀ ਵੱਡਾ ਵੀ ਹੈ, ਇਸ ਕਰਕੇ ਅਸੀਂ ਇਸ ਪਿੰਡ ਨੂੰ ਇੱਕ ਪਾਰਟ ਵਿੱਚ ਸਮੇਟ ਨਹੀਂ ਸਕੇ। ਇੱਕ ਪਾਰਟ ਵਿੱਚ ਤੁਸੀਂ ਦੇਖਿਆ ਕਿ ਪਬਲਿਕ ਦੇ ਵਿਊ ਕੀ ਆ, ਸਰਪੰਚ ਸਾਹਿਬ ਨੇ ਕਿਹੜੇ ਕੰਮ ਕਰਾਏ ਆ ਔਰ ਕਿਹੜੇ ਕੰਮ ਰਹਿ ਗਏ ਆ। 1 ਨੰਬਰ ਪਾਰਟ ਤੁਸੀਂ ਦੇਖ ਰਹੇ ਹੋ। ਜਲਦੀ ਹੀ ਲੈ ਕੇ ਆਵਾਂਗੇ ਪਾਰਟ ਨੰਬਰ 2 ਔਰ ਦੱਸਾਂਗੇ ਕਿ ਸਰਪੰਚ ਸਾਹਿਬ ਨੇ ਕੁਝ ਕੰਮ ਜਿਹੜੇ ਛੱਡੇ ਆ ਉਹਦਾ ਕੀ ਕਾਰਨ ਹੈ।